मॉर्निंग नमस्ते। तो मैं सारे बंदियां दा थैंकफुल हाँ कि आपां फिर भी वर्चुअल ते इकट्ठे हुन्ने आ और मीटिंग दी इंपॉर्टेंस रखते हैं, कोई गरिमा रखते हैं। एंड ऑल मार्क्स टू कमल जी ਜਿਹੜੇ ਇੰਨੇ ਇਨੀਸ਼ੀਏਟਿਵ ਲੈ ਕੇ ਸਾਰੇ ਬੰਦਿਆਂ ਨੂੰ ਇਕੱਠੇ ਕਰਨ ਦੀ ਕੋਸ਼ਿਸ਼ ਕਰਦੇ ਆ। ਐਂਡ ਜਿਹੜੇ ਨਹੀਂ ਆਏ ਉਹਨਾਂ ਨੂੰ ਮੇਰੀ ਰਿਕੁਐਸਟ ਆ ਕਿ ਪਲੀਜ਼ ਯਾਰ ਟਾਈਮਿੰਗ ਔਰ ਇਸ ਚੀਜ਼ ਨੂੰ ਇੰਪੋਰਟੈਂਸ ਦੇਣ, ਬਿਕੋਜ਼ ਆਪਾਂ ਕੋਈ ਜ਼ਿਆਦਾ ਟਾਈਮ ਨਹੀਂ ਲੈਂਦੇ। ਹੁਣ ਤਾਂ ਆਪਾਂ ਘਰ ਬੈਠ ਕੇ ਕਰ ਸਕਦੇ ਹਾਂ, ਆਉਣ ਜਾਣ ਦਾ ਸਮਾਂ ਬਹੁਤ ਬਚਦਾ। ਇਹਦੇ ਤੇ ਤਾਂ ਜ਼ਰੂਰ ਬੰਦੇ ਨੂੰ ਪ੍ਰੈਜ਼ੈਂਟ ਹੋਣਾ ਚਾਹੀਦਾ, ਚਾਹੇ ਉਹ ਬੈੱਡ ਤੇ ਵੀ ਹੈਗਾ, ਕੋਈ ਦਿੱਕਤ ਨਹੀਂ। ਆਪਾਂ ਕਿਹੜਾ ਕੋਈ ਕਹਿੰਦੇ ਕਿ ਤੂੰ ਭਾਈ ਸੁੱਟਡ ਬੁੱਟਡ ਹੋ ਕੇ ਸਾਡੇ ਸਾਹਮਣੇ ਹੋਣਾ, ਬਟ ਸੋ ਮੈਨੀ ਥਿੰਗਸ ਵਿਚ ਨੀਡਸ ਟੂ ਬੀ ਅਗਰ ਹਰ ਬੰਦਾ ਪ੍ਰੈਜ਼ੈਂਟ ਹੁੰਦਾ ਤਾਂ ਕੰਸੈਂਟ ਹੋ ਜਾਂਦੀ ਹੈ, ਅਦਰਵਾਈਜ਼ ਮੀਟਿੰਗ ਤਾਂ ਹੋ ਹੀ ਜਾਏਗੀ। ਫੋਰਮ ਸਾਡਾ ਪੂਰਾ। ਸੋ ਆਈ ਥਿੰਕ ਵੈਲਕਮ ਐਵਰੀਵਨ ਐਂਡ ਪਲੀਜ਼ ਕਮਲ ਜੀ ਟੇਕ ਦ ਨੈਕਸਟ ਆਈਟਮ ਪਲੀਜ਼। ਥੈਂਕ ਯੂ ਸਰ। ਜੋ ਸਾਡਾ ਸਰ ਇੱਕ ਰੂਟੀਨ ਹੈ ਕਿ ਅਸੀਂ ਹਰ ਮਹੀਨੇ ਮੀਟਿੰਗ ਕਰਦੇ ਹਾਂ। ਜਨਰਲੀ ਅਸੀਂ 3rd ਸੰਡੇ ਰੱਖਿਆ ਹੁੰਦਾ ਹੈ ਕਿ 3rd ਸੰਡੇ ਕਿਉਂਕਿ ਵਿਸ਼ਕਰਮਾ ਡੇ ਸੀ, ਲੋਕੀ ਉਧਰ ਬਿਜ਼ੀ ਸੀ, ਅਸੀਂ ਪਲਾਨ ਕੀਤਾ ਕਿ ਉਸ ਪਹਿਲੇ ਦਾ ਉਸ ਦਿਨ ਚੱਲ ਰਿਹਾ ਸੀ ਕਰ ਲਈਏ, ਫਿਰ ਵਿੱਚ ਹੀ ਸਲਾਹ ਹੋ ਗਈ ਕਿ ਵੀ ਸ਼ਾਇਦ ਬੰਦੇ ਨਾ ਆਉਣ, ਅਸੀਂ ਪਲਾਨ ਕਰ ਲਿਆ ਨੈਕਸਟ ਸੰਡੇ। ਸਾਰਿਆਂ ਨੂੰ ਇੰਟੀਮੇਸ਼ਨ ਸਾਡੇ ਦੇਤੀ ਸੀ ਔਰ ਵੈਸੇ ਸਾਡੇ ਕੋਲ ਲਗਭਗ ਸਭ ਨੇ ਕਿਹਾ ਸੀ ਅਸੀਂ ਆਵਾਂਗੇ, ਐਕਸੈਪਟਿੰਗ ਕੁਸ਼ਲ ਜੀ ਕਹਿ ਰਹੇ ਸੀ ਮੈਂ ਸ਼ਾਇਦ ਨਾ ਪਾਵਾਂ, ਬਾਕੀ ਸਭ ਨੇ ਕਿਹਾ ਸੀ। ਅੱਜ ਦਾ ਜੋ ਸਾਡਾ ਏਜੰਡਾ ਹੈ, ਇੱਕ ਤਾਂ ਅਪਰੂਵਲ ਆਫ ਦੀ ਮਿਨਟ, ਫਿਰ ਪ੍ਰੈਜੈਂਟੇਸ਼ਨ ਆਫ ਦਾ ਰਿਪੋਰਟ ਆਫ ਦਾ ਜਨਰਲ ਸੈਕਟਰੀ ਤੇ ਸਟੇਟਮੈਂਟ ਆਫ ਅਕਾਊਂਟ ਚੁਪੜਾ ਹੀ ਦੇਣਗੇ, ਐਡਮਿਸ਼ਨ ਰੈਜ਼ੋਲੂਸ਼ਨ ਔਰ ਐਨੀ ਅਦਰ ਆਈਟਮ ਬਾਈ ਦਾ ਵਿਦ ਦਾ ਪਰਮਿਸ਼ਨ ਆਫ ਦਾ ਚੇਅਰ। ਇਹ ਸਾਡੇ ਅੱਜ ਦੀਆਂ ਆਈਟਮਾਂ ਹਨ। ਮੈਂ ਇੱਕ ਕਰਕੇ ਸਾਰੀਆਂ ਆਈਟਮਾਂ ਆਪਾਂ ਲੈ ਲੈਂਦੇ ਹਾਂ। ਕੋਈ ਐਸਾ ਕੋਈ ਸਾਡਾ ਇੱਕ ਰੂਟੀਨ ਹੀ ਹੈ, ਐਸੀ ਕੋਈ ਮੇਜਰ ਕੋਈ ਡਿਸਕਸ਼ਨ ਵਾਲੀ ਗੱਲ ਨਹੀਂ ਹੈ। ਸਭ ਤੋਂ ਪਹਿਲੇ ਤਾਂ ਆ ਜਾਂਦਾ ਕਿ ਅਪਰੂਵਲ ਆਫ ਦੀ ਮਿਨਟ ਆਫ ਦੀ ਲਾਸਟ ਮੀਟਿੰਗ। ਪ੍ਰਧਾਨ ਜੀ ਜੋ ਅਸੀਂ ਹੁਣ ਸਿਸਟਮ ਬਣਾ ਲਿਆ, ਜਿਵੇਂ ਅੱਜ ਵੀ ਮੀਟਿੰਗ ਹੋ ਰਹੀ ਹੈ, ਇਸ ਦੀ ਜਿਹੜੀ ਰਿਕਾਰਡਿੰਗ ਹੈ ਉਹ ਅੱਜ ਹੀ ਸ਼ੇਅਰ ਹੋ ਜਾਏਗੀ ਆਲਮੋਸਟ ਸ਼ਾਮ ਤੱਕ, ਨਹੀਂ ਤਾਂ ਅੱਜ ਕੱਲ ਸਵੇਰੇ ਹੋ ਜਾਏਗੀ ਸ਼ੇਅਰ। ਹਾਂਜੀ ਮੈਕਸਿਮਮ ਉਸੇ ਦਿਨ, ਨਹੀਂ ਤਾਂ ਨੈਕਸਟ ਡੇ ਤੱਕ ਚਲੇ ਜਾਏਗੀ, ਤਾਂ ਕਿ ਲੋਕੀ ਸਾਰੇ ਇਹ ਮਿੰਟ ਸਾਰਿਆਂ ਨੂੰ ਭੇਜਦੇ ਆ ਜਿੰਨੇ ਸਾਡੇ ਮੈਂਬਰ ਹੈ, ਤੇ ਤਾਂ ਕਿ ਉਹ ਦੇਖ ਸਕਣ। ਔਰ ਉਸ ਤੋਂ ਬਾਅਦ ਅਗਰ ਕਿਸੇ ਨੇ ਉਹਦੇ ਬਾਰੇ ਕੋਈ ਆਪਣੀ ਰਾਏ ਦੇਣੀ ਹੈ, ਕੋਈ ਕਰੈਕਸ਼ਨ ਦੱਸਣੀ ਹੈ ਜਾਂ ਕੋਈ ਐਡੀਸ਼ਨ ਦੱਸਣੀ ਹੈ ਤਾਂ ਦੱਸ ਦੇਣ। ਜਿਹੜੀ ਸਾਡੇ ਪਿਛਲੀ ਜਿਹੜੀ ਸਾਡੀ ਮੀਟਿੰਗ ਹੋਈ ਸੀ 18 ਅਕਤੂਬਰ ਨੂੰ ਹੋਈ ਸੀ ਸਰ, ਤੇ ਉਸੇ ਦਿਨ ਹੀ ਅਸੀਂ ਮਿੰਟ ਸਰਕੂਲੇਟ ਕਰਤੇ ਸੀ। ਰਿਕਾਰਡਿੰਗ ਉਹ ਜਿਹੜੀ ਸਾਡੀ ਰਿਕਾਰਡਿੰਗ ਹੈ ਉਹ ਹੁਣ ਵੀ ਅਵੇਲੇਬਲ ਹੈ। ਅਸੀਂ ਇੱਕ ਆਪਣਾ YouTube ਚੈਨਲ ਬਣਾਇਆ ਹੈ, ਜਿਸ ਚੈਨਲ ਦੇ ਉੱਤੇ ਸਾਡੀਆਂ ਸਾਰੀਆਂ ਰਿਕਾਰਡਿੰਗ ਜਿੰਨੇ ਅਸੀਂ ਮੀਟਿੰਗਾਂ ਕਰਦੇ ਹਾਂ ਜਾਂ ਬਾਕੀ ਇਵੈਂਟ ਕਰਦੇ ਹਾਂ, ਸਾਰੀਆਂ ਰਿਕਾਰਡਿੰਗ ਉੱਥੇ ਅਵੇਲੇਬਲ ਹਨ, ਤੇ ਹੁਣ ਵੀ ਕੋਈ ਰਿਕਾਰਡਿੰਗ ਦੇਖ ਸਕਦਾ ਹੈ। ਖੈਰ ਉਹ ਜਿਹੜੀ 18 ਦੀ ਮੀਟਿੰਗ ਸੀ ਉਹਦੀ ਅਸੀਂ ਰਿਕਾਰਡਿੰਗ ਸਾਰਿਆਂ ਨੂੰ ਸ਼ੇਅਰ ਕਰ ਲਈ ਸੀ ਔਰ ਉਸ ਦੇ ਉੱਤੇ ਕਿਸੇ ਦੀ ਕੋਈ ਸੁਜੈਸ਼ਨ ਮੈਨੂੰ ਨਹੀਂ ਆਈ। ਤੇ ਫਸਟ ਰਹੀ ਹੈ ਅਪਰੂਵਲ ਆਫ ਦਾ ਮਿੰਟ। ਸਰ ਮਿੰਟ ਸਰ ਅਪਰੂਵਡ, ਮੈਂ ਅਪਰੂਵ ਕਰਦਾ। ਥੈਂਕ ਯੂ ਸਰ, ਥੈਂਕ ਯੂ। ਮਿੰਟ ਆਰ ਅਪਰੂਵਡ। ਤੇ ਇਸ ਤੋਂ ਬਾਅਦ ਸਾਡਾ ਆ ਜਾਂਦਾ ਪ੍ਰੈਜੈਂਟੇਸ਼ਨ ਰਿਪੋਰਟ ਆਫ ਐਕਟੀਵਿਟੀ ਆਫ ਦਾ ਜਨਰਲ ਸੈਕਟਰੀ। ਪਿਛਲਾ ਜੋ ਮੈਂ ਦੱਸਿਆ ਹੁਣੇ ਦੱਸ ਰਹੇ ਸੀ ਕਿ ਪਿਛਲੀ ਸਾਡੀ ਮੀਟਿੰਗ ਹੋਈ ਸੀ 18 ਅਕਤੂਬਰ ਨੂੰ, ਤੇ 18 ਮੈਂ ਆਪਣੀ ਰਿਪੋਰਟ ਵਾਲੇ ਸਾਰਿਆਂ ਨੂੰ ਭੇਜ ਦਿੱਤੀ। ਮੈਂ ਇੱਥੇ ਵੀ ਸ਼ੇਅਰ ਕਰ ਦਿੰਦਾ ਤਾਂ ਕਿ ਇਹ ਰਿਪੋਰਟ ਆਫ ਦਾ ਜਨਰਲ ਸੈਕਟਰੀ ਹੈ। ਵੈਸੇ ਹੁਣ ਤਾਂ ਜਿਹੜਾ ਸਿਸਟਮ ਸਾਰਿਆਂ ਨੂੰ WhatsApp ਤੇ ਰਿਪੋਰਟ ਭੇਜਤੀ ਸੀ। ਲਾਸਟ ਐਗਜ਼ੈਕਟਿਵ ਮੀਟਿੰਗ ਹੋਈ ਸੀ ਸਾਡੀ 18 ਅਕਤੂਬਰ ਨੂੰ। ਜਿਵੇਂ ਅੱਜ ਕੱਲ੍ਹ ਲਾਕਡਾਊਨ ਹੈ, ਹੁਣ ਫਿਰ ਸੀਰੀਅਸ ਹੁੰਦਾ ਜਾ ਰਿਹਾ, ਤਾਂ ਉਹ ਮੀਟਿੰਗ ਅਸੀਂ ਜ਼ੂਮ ਤੇ ਹੀ ਕੀਤੀ ਸੀ। 7 ਮੈਂਬਰ ਆਏ ਸੀ ਪਿਛਲੀ ਵਾਰੀ, ਔਰ ਉਸ ਮੀਟਿੰਗ ਦੀ ਰਿਕਾਰਡਿੰਗ ਆਲਰੇਡੀ ਅਵੇਲੇਬਲ ਹੈ, ਜਿਸ ਤਰ੍ਹਾਂ ਮੈਂ ਥੋੜੀ ਦੇਰ ਪਹਿਲੇ ਦੱਸਿਆ। ਪਿਛਲੀ ਮੀਟਿੰਗ 'ਚ ਜਿਸ ਤਰ੍ਹਾਂ ਡਿਸਕਸ ਹੋਇਆ ਸੀ, ਪ੍ਰਿੰਟ ਓਲੰਪੀਅਡ ਅਸੀਂ ਫਾਈਨਲ ਜਿਹੜਾ ਸੀ ਉਸ ਨੂੰ ਆਰਗੇਨਾਈਜ਼ ਕੀਤਾ 26 ਅਕਤੂਬਰ ਨੂੰ, ਔਰ ਉਹਦੇ ਵਰਲਡ ਪ੍ਰਿੰਟ ਗੁਰੂ ਫਰੈਂਕ ਰੇਮਨੋ ਐਜ਼ ਅ ਚੀਫ ਗੈਸਟ ਆਏ ਸੀ, ਔਰ ਬਾਬੂ ਜੀ ਆਪਣੇ ਪਦਮ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਉਹ ਉਹਨਾਂ ਨੇ ਪ੍ਰੋਵਾਈਡ ਕੀਤਾ ਸੀ। ਉਸ ਫੰਕਸ਼ਨ ਦੇ ਵਿੱਚ ਸਾਡੇ ਕੋਲ ਜਿਹੜੇ ਜੱਜ ਸੀ, ਇੱਕ ਜੱਜ ਸੀ ਇੰਡੋਨੇਸ਼ੀਆ ਤੋਂ, ਇੱਕ ਸ਼੍ਰੀਲੰਕਾ ਤੋਂ, ਔਰ ਇੱਕ ਪ੍ਰਿੰਟ ਵੀਕ ਦਾ ਐਡੀਟਰ। ਇਸ ਤਰ੍ਹਾਂ ਉਹਦੇ ਚ ਅਸੀਂ ਟੋਟਲ ਮੈਂ ਨਾਂ ਪੜ੍ਹ ਦਿੰਦਾ। ਅਹਿਮਦ ਮੁਰਗਈ ਸੀ ਇੰਡੋਨੇਸ਼ੀਆ ਤੋਂ, ਦਿਲਾਨ ਸਿਲਵਾ ਸੀ ਸ਼੍ਰੀਲੰਕਾ ਤੋਂ, ਨੋਇਲ ਧਨੋਚਾ ਮੈਨੇਜਿੰਗ ਐਡੀਟਰ ਪ੍ਰਿੰਟ ਵੀਕ, ਦੀਪੇਂਦੂ ਚੌਧਰੀ ਫਾਰਮਰ ਪ੍ਰਿੰਸੀਪਲ RIPT ਕੋਲਕਾਤਾ, ਤੇ ਚੰਦਰ ਪਸ਼ਪਤੀ ਫਾਰਮਰ ਪ੍ਰੈਜ਼ੀਡੈਂਟ AFMB ਚੇਨਈ ਤੋਂ। ਇਹ ਜੱਜੀ ਸੀ। 4 ਸਾਡੇ ਕੋਲ ਸਟੂਡੈਂਟ ਸੀ ਕੰਪੀਟ ਕਰਨ ਵਾਲੇ, ਚਾਰੋਂ ਉਹ ਸੀ ਜਿਨ੍ਹਾਂ ਨੇ ਆਪਣੇ ਆਪਣੇ ਰੀਜਨ 'ਚ ਟੌਪ ਕੀਤਾ ਸੀ, ਯਾਨੀ ਕਿ ਨਾਰਥ, ਸਾਊਥ, ਵੈਸਟ ਔਰ ਈਸਟ। ਉੱਥੇ ਉਹਨਾਂ ਚਾਰਾਂ ਦਾ ਕੰਪੀਟੀਸ਼ਨ ਹੋਇਆ, ਔਰ ਚਾਰਾਂ ਦੇ ਕੰਪੀਟੀਸ਼ਨ ਜਿਹੜਾ ਸਾਊਥ ਦਾ ਸਟੂਡੈਂਟ ਸੀ, ਇੱਕ ਲੜਕੀ ਸੀ ਨਿਰਜਾ N, ਉਹ ਉਸਲੇ ਸ਼ੀ ਵਾਸ ਡਿਕਲੇਅਰਡ ਐਜ਼ ਦਾ ਵਿਨਰ, ਔਰ 50,000 ਉਸ ਨੂੰ ਪ੍ਰਾਈਜ਼
ਚੈੱਕ ਕਦੇ ਦੇਣਾ ਸੀ ਕੋਈ ਫੰਕਸ਼ਨ ਆਰਗੇਨਾਈਜ਼ ਕਰਕੇ, then we will give the check also. ਤੇ she was declared as the winner, ਨਿਵਦਾ ਐਨ। ਇਹ ਰਿਪੋਰਟ ਵੈਸੇ ਇਹ ਵੀ ਰਿਪੋਰਟ ਅਸੀਂ ਸ਼ੇਅਰ ਕੀਤੀ ਆਪਣੀ ਉਹਦੇ ਤੇ YouTube ਚੈਨਲ ਤੇ, ਪੂਰਾ ਰਿਕਾਰਡਿੰਗ ਵੀ ਹੈ। ਔਰ ਜਿਸ ਤਰ੍ਹਾਂ ਤੁਹਾਨੂੰ ਸਭ ਨੂੰ ਪਤਾ ਹੀ ਹੈ 31 ਅਕਤੂਬਰ ਨੂੰ ਸਾਡੇ ਆਲ ਇੰਡੀਆ ਫੈਡਰੇਸ਼ਨ ਦੇ ਇਲੈਕਸ਼ਨ ਸੀ, ਔਰ OPA ਵੱਲੋਂ ਨੋਮੀਨੇਟ ਕੀਤਾ ਹੋਇਆ ਸੀ ਮੈਨੂੰ, ਔਰ everybody knows that election we have won with a huge margin। 6 ਨਵੰਬਰ ਨੂੰ ਜਾ ਕੇ ਚਾਰਜ ਲੈਣ ਦੀ ਡੇਟ ਸੀ, 6 ਨਵੰਬਰ ਨੂੰ ਚਾਰਜ ਲੈਣ ਲਈ ਗਏ ਸੀ ਦਿੱਲੀ, ਔਰ 7 ਨਵੰਬਰ ਨੂੰ ਵਾਈਸ ਚਾਂਸਲਰ ਦੀਨਬੰਧੂ ਛੋਟੇਰਾਮ ਯੂਨੀਵਰਸਿਟੀ ਸਾਇੰਸ ਐਂਡ ਟੈਕਨੋਲੋਜੀ ਮੁਰਤਲ ਉਹਨਾਂ ਨੇ ਫੈਲੀਸਿਟ ਕੀਤਾ ਸੀ। These were the activity। ਸਾਡੀ ਹੋਰ ਕੋਈ ਮੇਜਰ ਐਕਟੀਵਿਟੀ ਇਹਨਾਂ ਦਿਨਾਂ ਵਿੱਚ ਨਹੀਂ ਰਹੀ ਡਿਊ ਟੂ ਕੋਵਿਡ, ਹੋਰ ਐਕਟੀਵਿਟੀ ਵੈਸੇ ਵੀ ਪੋਸੀਬਲ ਸੀ, ਲੇਕਿਨ ਜੋ ਸਾਡੇ ਕੋਲ ਸੀ ਅਸੀਂ ਉਹਨਾਂ ਫਾਈਨਲ ਵੀ ਕਰਾਤਾ, ਔਰ ਬਾਕੀ ਸਾਡੇ ਕੋਲ ਇਸ ਦੌਰਾਨ ਕੋਈ ਹੋਰ ਵੈਬਿਨਾਰ ਨਹੀਂ ਹੋਇਆ। ਦਿਸ ਵਾਸ ਮਾਈ ਰਿਪੋਰਟ। ਅਗਰ ਕਿਸੇ ਨੇ ਕੋਈ ਰਿਪੋਰਟ ਬਾਰੇ ਕੋਈ ਗੱਲ ਕਰਨੀ ਹੋਵੇ, anything you want to ask? ਮੈਂ ਇੱਥੇ ਚਾਹਾਂਗਾ ਕਿ ਅਗਰ ਆਪਣੀ ਕੋਈ ਵਿਚਾਰ ਹੋਣ ਕਿ ਅਸੀਂ ਆਲ ਇੰਡੀਆ ਤੇ ਕੀ ਕਰਨਾ ਚਾਹੀਦਾ ਹੈ, ਵੀ ਕੈਨ ਡਿਸਕਸ ਹੇਅਰ ਆਲਸੋ, ਕਿਉਂਕਿ ਹੁਣ ਉੱਥੇ ਵੀ ਮੀਟਿੰਗਾਂ ਤਾਂ ਔਖੀਆਂ ਹੀ ਹੈ, ਜਿਸ ਤਰ੍ਹਾਂ ਤੱਕ ਜਦ ਤੱਕ ਕੋਵਿਡ ਖਤਮ ਨਹੀਂ ਹੁੰਦਾ ਔਰ ਗਵਰਨਮੈਂਟ ਅਲਾਉ ਨਹੀਂ ਕਰੇਗੀ ਉਹ ਤਾਂ ਇਦਾਂ ਹੀ ਚੱਲਦਾ ਰਹੇਗਾ। ਬਟ ਇਵਨ ਦੈਨ ਵਾਈਲ ਮੇਕਿੰਗ ਦਾ ਪਾਲਿਸੀਜ਼ ਵੀ ਕੈਨ ਹੈਵ ਕੈਪਟ ਦ ਥਿੰਗਸ ਇਨ ਮਾਈਂਡ। ਸਰ ਜੀ ਇੱਕ ਗੱਲ ਹੈਗੀ ਹੈ ਜੀ ਦੱਸੋ। ਆਲ ਇੰਡੀਆ ਦੇ ਬੇਸਿਸ ਤੇ ਚਲੋ ਹੁਣ ਪਤਾ ਨਹੀਂ ਕੋਵਿਡ ਕਾਰਨ, ਕਿਉਂਕਿ ਆਲ ਡਿਊ ਟੂ ਤੁਸੀਂ ਵੀ ਸੁਣ ਰਹੇ ਹੋ ਕਿ ਇਸ ਵਕਤ ਨਾ ਕਰਾਫਟ ਪੇਪਰ ਦੇ ਰੇਟ ਬਹੁਤ ਜ਼ਿਆਦਾ ਤੇਜ਼ ਜਾ ਰਹੇ ਨੇ, ਤੇ ਨਿਊਜ਼ਪੇਪਰ 'ਚ ਵੀ ਆ ਰਿਹਾ ਆਲ ਡਿਊ ਟੂ ਕਿਉਂਕਿ ਰॉ ਮਟੀਰੀਅਲ ਪਿੱਛੋਂ ਨਹੀਂ ਆ ਰਿਹਾ, ਜਿਹੜੀ ਇੰਪੋਰਟਡ ਵੇਸਟ ਆਉਂਦੀ ਹੈ, ਤੇ ਉਹ ਕੀ ਰੀਜ਼ਨ ਹੈ ਪਤਾ ਨਹੀਂ। ਲੇਕਿਨ ਅਗਰ ਆਲ ਇੰਡੀਆ ਬੇਸਿਸ ਤੇ ਆਪਾਂ ਕੋਈ ਗਵਰਨਮੈਂਟ ਨੂੰ ਅਰਜ਼ ਕਰੀਏ, ਸੈਂਟਰਲ ਗਵਰਨਮੈਂਟ ਨੂੰ ਵੀ ਕੋਈ ਇਸ ਤਰ੍ਹਾਂ ਦੇ ਜਿਹੜੇ ਕੰਟੇਨਰ ਨੇ ਜਾਂ ਜਪਾਰ ਨੇ ਜਾਂ ਕੁਝ ਵੀ ਹੈ ਇੱਥੇ ਪਹੁੰਚਣ, ਕਿਉਂਕਿ ਪੇਪਰ ਆਲਰੇਡੀ 6.5 ਰੁਪਏ ਅਪ ਹੋ ਚੁੱਕਾ ਹੋਇਆ, ਔਰ ਹਾਲੇ ਵੀ ਪਤਾ ਨਹੀਂ 1-2 ਰੁਪਏ ਅਪ ਹੋਏਗਾ। ਪਰ ਅੱਜ ਤੱਕ ਮੈਂ 30 ਸਾਲ 'ਚ ਇੰਨਾ ਅਪ ਹੁੰਦੇ ਪੇਪਰ ਕਦੀ ਨਹੀਂ ਵੇਖਿਆ ਕਰਾਫਟ ਪੇਪਰ। ਬਿਟ ਡਿਫੀਕਲਟ ਕਿ ਅਸੀਂ ਜਿੰਨਾ ਮਰਜ਼ੀ ਕਸਟਮਰ ਨੂੰ ਕਹੀਏ ਕਿ ਯਾਰ ਰੇਟ ਵਧਾ ਲਿਆ, ਲੇਕਿਨ 30-35% ਕਸਟਮਰ ਲਈ ਵਧਾਉਣਾ ਸੌਖਾ ਨਹੀਂ ਹੋਏਗਾ ਰੇਟ। ਜੋ ਅੱਜ ਹਾਲਾਤ ਹੋਏ ਨੇ ਸਰ, ਅਪਰੋਕਸੀਮੇਟ 25% ਡੱਬੇ ਦੇ ਰੇਟ ਵਧਾਣੇ ਪੈਣੇ। ਕੱਲ ਡੁਪਲੈਕਸ ਵਾਲੇ ਨਾਲ ਵੀ ਗੱਲ ਹੋ ਰਹੀ ਸੀਗੀ ਮੇਰੀ, ਤੇ ਉਹ ਵੀ ਕਹਿ ਰਹੇ ਕਿ ਸਾਡੇ 2-2 ਰੁਪਏ ਅਪ ਹੋ ਚੁੱਕੇ ਆ, ਤੇ ਕੋਈ ਪਤਾ ਨਹੀਂ ਅਸੀਂ ਹੋਰ ਅਪ ਕਰੀਏ। ਤੇ ਸਭ ਇਹੀ ਰੀਜ਼ਨ ਇਹੀ ਦੱਸਦੇ ਕਿ ਪਿੱਛੋਂ ਰॉ ਮਟੀਰੀਅਲ ਨਹੀਂ ਆ ਰਿਹਾ, ਜਿਹੜੀ ਇੰਪੋਰਟੈਂਟ ਵੇਸਟ ਹੈ ਜਾਂ ਕੁਝ ਵੀ ਹੈ। क्या आप ऑल इंडिया बेसिस ਤੇ ਕੁਝ ਇਸ ਤਰ੍ਹਾਂ ਕਰ ਸਕਦੇ ਗਵਰਨਮੈਂਟ ਨੂੰ ਅਰਜ਼ ਜਾਂ ਸਮਥਿੰਗ ਕਿ ਯਾਰ ਜਿਹੜੇ ਕੰਟੇਨਰ ਰੁਕੇ ਹੋਏ ਨੇ ਜਾਂ ਸਮਥਿੰਗ ਜੋ ਵੀ ਹੈ, ਮਤਲਬ ਇਹਨੂੰ ਥੋੜਾ ਸਮੂਥ ਕੀਤਾ ਜਾਵੇ, ਕਿਉਂਕਿ ਵਾਕਈ ਗੱਲ ਹੈ ਛੋਟੇ ਵਪਾਰੀ ਤੇ ਵੱਡੇ ਵਪਾਰੀ ਨੇ ਦੋਨੋਂ ਹੀ ਪਿਸਣਗੇ ਬਹੁਤ ਜ਼ਿਆਦਾ ਬੁਰੀ ਤਰ੍ਹਾਂ। ਜਲੀ ਮੈਂ ਇਹਦੇ ਬਾਰੇ ਦੱਸਣਾ ਚਾਹਾਂਗਾ ਕਿ ਅਸੀਂ ਆਲਰੇਡੀ ਇੱਕ ਕਮੇਟੀ ਬਣਾਈ ਹੈ, ਔਰ ਆਪਣੇ ਗਗਨ ਜੀ ਉਸ ਕਮੇਟੀ ਦੇ ਮੈਂਬਰ ਹਨ, ਹੀ ਇਜ਼ ਵਨ ਆਫ ਦਾ ਮੈਂਬਰ। ਦੇਖੋ ਇਹਦੇ ਇਹ ਕਹਾਣੀ ਉਹ ਨਹੀਂ ਹੈ ਜੋ ਤੁਸੀਂ ਸੋਚ ਰਹੇ, ਲੋਕਾਂ ਨੂੰ ਦੱਸੀ ਜਾਂਦੀ ਹੈ, ਬੇਸਿਕ ਇਹ ਕਹਾਣੀ ਨਹੀਂ ਹੈ। ਓਕੇ, ਯਾਦ ਕਰੋ ਪੁਰਾਣੇ ਜ਼ਮਾਨੇ ਵਿੱਚ ਇੱਕ ਸਕੂਟਰ ਹੁੰਦਾ ਸੀ ਵੈਸਪਾ, ਯਾਦ ਹੈ, ਬਲੈਕ 'ਚ ਮਿਲਦਾ ਸੀ, ਆਪਾਂ ਜਾ ਕੇ ਉਹਨੀਆਂ ਬਲੈਕ 'ਚ ਵੇਚਦੇ ਸੀ ਔਰ ਜ਼ਰੂਰਤ ਤੋਂ ਜ਼ਿਆਦਾ ਪੈਸੇ ਦਿੰਦੇ ਸੀਗੇ। ਕਾਰਨ ਸੀ ਕਿ ਇੱਕੋ ਹੀ ਬਣਾਉਣ ਵਾਲਾ ਸੀ, ਹੋਰ ਕੋਈ ਬੰਦੇ ਸੀ ਨਹੀਂ, ਕੰਪੀਟੀਸ਼ਨ ਸੀ ਨਹੀਂ, ਮੋਨੋਪੋਲੀ ਹੁੰਦੀ ਸੀ ਔਰ ਲੋਕੀ ਮਿੰਨਤਾਂ ਕਰਦੇ ਸੀ। ਉਸ ਤੋਂ ਬਾਅਦ ਜਿਸਲੇ ਇੱਕ ਖੁੱਲ ਗਿਆ, ਹੁਣ ਕਈ ਆ ਗਏ, ਹੁਣ ਵੈਸਪਾ ਕਿੱਥੇ ਕਹਿਣ ਦੀ ਲੋੜ ਨਹੀਂ ਹੈ, ਲੇਕਿਨ ਕੀ ਹੋਇਆ ਤੁਹਾਡੇ ਸਾਹਮਣੇ ਹੈ ਜੋ ਕੋਈ ਹੋ ਗਿਆ। ਅਸੀਂ ਇੱਕ ਕਮੇਟੀ ਬਣਾਈ ਹੈ ਜਸਟ ਟੂ ਰੈਸ਼ਨਲਾਈਜ਼ ਦਾ ਰੇਟਸ। ਇਹ ਕਮੇਟੀ ਉਹਨਾਂ ਬੰਦਿਆਂ ਨਾਲ ਗੱਲ ਕਰੇਗੀ, ਗਵਰਨਮੈਂਟ ਨਾਲ ਵੀ ਗੱਲ ਕਰੇਗੀ ਕਿ ਇਸ ਤਰ੍ਹਾਂ ਦੀ ਮੋਨੋਪੋਲੀਅਲ ਪ੍ਰੈਕਟਿਸਿਸ ਨਹੀਂ ਹੋਣੇ ਚਾਹੀਦੇ। ਅਸੀਂ ਇਹਦੇ ਚ 2 ਸੈੱਟ ਹੈ ਸਾਡੇ। ਇੱਕ ਸੈੱਟ ਅਸੀਂ ਗਵਰਨਮੈਂਟ ਕੋਲੋਂ ਵੀ ਕਹਿ ਰਹੇ ਕਿ ਪ੍ਰਿੰਟਿੰਗ ਨੂੰ ਐਸੈਂਸ਼ੀਅਲ ਸਰਵਿਸਿਜ਼ ਡਿਕਲੇਅਰ ਕਰੋ। ਇੱਕ ਅਸੀਂ ਇਹ ਵੀ ਕਮੇਟੀ ਨਾਲ ਰੱਖੀ ਹੈ, 2 ਚੀਜ਼ਾਂ ਇਹਦੇ ਚ ਰੱਖੀਆਂ। ਔਰ ਜਿਹੜੀ ਤੁਸੀਂ ਗੱਲ ਕੀਤੀ ਇਹ ਅਲਾਰਮਿੰਗ ਹੈ ਸਾਰੇ ਇੰਡੀਆ ਵਾਸਤੇ। ਅਸੀਂ ਇਹਦੇ ਕਹਿੰਦੇ ਕਿ ਵੀ ਉਹ ਜਿਹੜੀ ਕਮੇਟੀ ਹੈ ਇਹ ਸਾਰੀਆਂ ਪੇਪਰ ਮਿੱਲਾਂ ਨੂੰ ਮਿਲਣਗੇ, ਸ਼ਾਹੀ ਵਾਲਿਆਂ ਨੂੰ ਮਿਲਣਗੇ। ਸਿਰਫ ਇਹਦੇ ਤੇ ਆਪਾਂ ਸਿਰਫ ਇੱਕ ਪਾਰਟਿਕੂਲਰ ਇੱਕ ਆਈਟਮ ਲੈ ਕੇ ਨਹੀਂ ਚੱਲਣਾ, ਹਰ ਕਿਸਮ ਦਾ ਕਾਗਜ਼, ਮਤਲਬ ਇੱਕ ਆਈਟਮ ਹੋ ਗਈ ਕਾਗਜ਼, ਇੱਕ ਆਈਟਮ ਹੋ ਗਿਆ ਪਲੇਟਾਂ, ਇੱਕ ਆਈਟਮ ਹੋ ਗਈ ਕੈਮੀਕਲ, ਇਸ ਤਰ੍ਹਾਂ ਸਾਰਾ ਕੁਝ ਲੈ ਕੇ ਚੱਲਣਗੇ ਔਰ ਡੈਫੀਨਿਟਲੀ ਕੋਈ ਨਾ ਕੋਈ ਰਿਜ਼ਲਟ ਤਾਂ ਨਿਕਲੇਗਾ। ਵੀ ਆਰ ਆਲਰੇਡੀ ਔਨ ਆਵਰ ਹੀਲਸ। ਇਹ ਜਿਹੜੀ ਮੋਨੋਪੋਲੀ ਪ੍ਰੈਕਟਿਸ ਤੋੜਨੀ ਚਾਹੀਦੀ ਹੈ। ਸਿੰਪਲ ਫੈਕਟ ਹੈ ਡਿਮਾਂਡ ਐਂਡ ਸਪਲਾਈ ਦੇ ਉੱਤੇ ਹੈ। ਅਗਰ ਡਿਮਾਂਡ ਜ਼ਿਆਦਾ ਹੈ, ਸਪਲਾਈ ਘੱਟ ਹੈ, ਤਾਂ ਰੇਟ ਸਪਲਾਇਰ ਦੀ ਮਰਜ਼ੀ ਨਾਲ ਹੋਏਗਾ। ਜੇ ਡਿਮਾਂਡ ਘੱਟ ਹੈ, ਸਪਲਾਈ ਜ਼ਿਆਦਾ ਹੈ ਤਾਂ ਉਲਟਾ ਹੋ ਜਾਏਗਾ। ਜਿਸ ਤਰ੍ਹਾਂ ਪ੍ਰਿੰਟਿੰਗ ਕੀ ਹੋ ਰਿਹਾ, ਆਪਾਂ ਆਪਸ ਵਿੱਚ ਲੜ ਕੇ ਆਪਣੇ ਰੇਟ ਘਟਾਈ ਜਾ ਰਹੇ ਹਾਂ ਨਾ, ਕਿਉਂਕਿ ਸਪਲਾਈ ਜ਼ਿਆਦਾ, ਉਨੀ ਡਿਮਾਂਡ ਨਹੀਂ ਹੈ। ਤੇ ਡਿਮਾਂਡ ਐਂਡ ਸਪਲਾਈ ਦਾ ਸਾਰਾ ਚੱਕਰ ਹੈ। ਲੇਕਿਨ ਉਹਦੇ ਚ ਮੋਨੋਪੋਲੀਅਲ ਪ੍ਰੈਕਟਿਸ ਨਹੀਂ ਹੋਣੀ ਚਾਹੀਦੀ। ਅਸੀਂ ਸਿਰਫ ਇਹ ਕਹਿ ਰਹੇ ਕਿ ਰੀਜ਼ਨੇਬਲ ਹੋਣਾ ਚਾਹੀਦਾ। ਉਹਦੇ ਵਾਸਤੇ ਵੀ ਆਲਰੇਡੀ ਫਾਰਮਡ ਅ ਕਮੇਟੀ ਔਰ ਕਨਵੇ ਹੋ ਗਿਆ ਸਾਰਿਆਂ ਨੂੰ।
ਗਗਨ ਅਜੇ ਇੱਧਰ ਆਇਆ ਨਹੀਂ ਹੈ, ਗਗਨ ਇਜ਼ ਮੈਂਬਰ ਆਫ ਦਿਸ ਕਮੇਟੀ। ਇਹਦੇ ਚ ਅਸੀਂ ਪੇਪਰ, ਪਲੇਟਾਂ, ਕੈਮੀਕਲ ਇਹ ਸਾਰੀਆਂ ਰੱਖੀਆਂ। ਤੁਸੀਂ ਗਗਨ ਨੂੰ ਆਪਣੀ ਪ੍ਰੋਬਲਮ ਦੱਸ ਸਕਦੇ ਹੋ ਤਾਂ ਕਿ ਜਦੋਂ ਉਹਨਾਂ ਦੀ ਮੀਟਿੰਗ ਹੋਏ ਉਹ ਆਪਣੇ ਉਹਨਾਂ ਨੂੰ ਅਸੀਂ ਪ੍ਰੋਗਰਾਮ ਇਹ ਬਣਾਇਆ ਕਿ ਕਮੇਟੀ ਹਰ ਜਗ੍ਹਾ ਤੇ ਆਪਣੀ, ਅੱਜ ਕੱਲ੍ਹ ਤਾਂ ਕੋਈ ਫਿਜ਼ੀਕਲੀ ਜਾ ਸਕਦੇ, ਵੈਬ ਸੈਮੀਨਾਰ ਕਰਨਗੇ, ਹਰ ਇਲਾਕੇ 'ਚ ਪੁੱਛਣਗੇ ਤੁਹਾਡੀ ਕੀ ਡਿਫਿਕਲਟੀਜ਼ ਹੈ। ਜਿਵੇਂ ਤੁਸੀਂ ਦੱਸੀ ਹੈ, ਤੁਸੀਂ ਮੈਨੂੰ ਦੱਸੀ, ਡੈਫੀਨਿਟਲੀ ਆਈ ਵਿਲ ਆਲਸੋ ਕਨਵੇ। ਲੇਕਿਨ ਕਮੇਟੀ ਇੱਕ ਵੈਬਿਨਾਰ ਇੱਥੇ ਕਰੇਗੀ, ਵੈਬ ਮੀਟਿੰਗ ਕਰੇਗੀ, ਹਮੇਸ਼ਾ ਕਰੇਗੀ। ਉੱਥੇ ਸਭ ਤੁਸੀਂ ਆਪਣੀਆਂ ਪਰੇਸ਼ਾਨੀਆਂ ਦੱਸੋ, ਉਹ ਸਾਰੇ ਇੰਡੀਆ ਦੀਆਂ ਪਰੇਸ਼ਾਨੀਆਂ ਇਕੱਠੀਆਂ ਹੋ ਕੇ ਸਮ ਅਪ ਕਰਕੇ ਦੈਨ ਦੇ ਵਿਲ ਅਪਰੋਚ ਦੀ ਗਵਰਨਮੈਂਟ ਆਲਸੋ। ਬਿਲਸ ਨੂੰ ਡਾਇਰੈਕਟ ਵੀ, ਜਿਹੜੇ ਪੇਪਰ ਮਿਲ ਰਿਹਾ ਪਲੇਟਾਂ ਬਣਾਉਣ ਵਾਲੇ, ਉਹਨਾਂ ਨੂੰ ਡਾਇਰੈਕਟ ਵੀ ਗੱਲ ਕਰਨਗੇ। ਲੇਕਿਨ ਉਹਦੇ ਇੱਕੋ ਚੀਜ਼ ਜੋਲੀ ਜੀ ਕਿ ਜਿਸ ਤਰ੍ਹਾਂ ਅੱਜ ਤੁਸੀਂ ਮੈਨੂੰ ਦੱਸਿਆ, ਜਿਸ ਤੋਂ ਉਹਨਾਂ ਦੀ ਮੀਟਿੰਗ ਦੀ ਉੱਥੇ ਵੀ ਦੱਸੋ ਨਾ ਜਾ ਕੇ। ਸ਼ੋਰ ਸਰ, ਉਹ ਬਹੁਤ ਜ਼ਰੂਰੀ ਹੈ। ਇਹ ਅਸੀਂ ਕਰ ਰਹੇ ਹਾਂ, ਇਹ ਸਾਰੇ ਇੰਡੀਆ 'ਚ ਵੈਬਿਨਾਰ ਸਾਰੇ ਇੰਡੀਆ 'ਚ ਹੋਣਗੇ। ਇਹਦੇ ਕਈ ਮਤਲਬ ਜਿਵੇਂ ਇੱਕ ਚੀਜ਼ ਤੁਸੀਂ ਦੱਸੀ, ਇੱਕ ਆਈਟਮ ਹੈ, ਦੇयर ਆਰ ਮੈਨੀ ਅਦਰ ਆਈਟਮ ਆਲਸੋ। ਗਗਨ ਨੂੰ ਤੁਸੀਂ ਬਿਲਕੁਲ ਗਗਨ ਨੂੰ ਕਹਿ ਸਕਦੇ ਹੋ, ਹੀ ਇਜ਼ ਵਨ ਆਫ ਦਾ ਮੈਂਬਰ ਆਫ ਦਾ ਕਮੇਟੀ। ਉਹਨਾਂ ਨੇ ਆਪਣੀ ਸਾਨੂੰ ਰਿਪੋਰਟ ਦੇਣੀ ਹੈ, ਔਨ ਦਾ ਬੇਸਿਸ ਆਫ ਦੈਟ ਰਿਪੋਰਟ ਵੀ ਵਿਲ ਵਰਕ। ਆਲਰੇਡੀ ਅਸੀਂ ਕਰ ਰਹੇ ਹਾਂ ਸਰ ਇਹਦੇ ਬਾਰੇ। ਜਿਹੜੇ ਸੀ ਉਹ ਕ੍ਰਾਈਸਿਸ ਥਰੂਆਊਟ ਇੰਡੀਆ ਹੈ, ਸਿਰਫ ਲੁਧਿਆਣੇ ਦੀ ਨਹੀਂ ਹੈ, ਔਰ ਸਿਰਫ ਕਰਾਫਟ ਪੇਪਰ ਦੀ ਨਹੀਂ ਹੈ। ਦੇਖੋ ਕ੍ਰੋਮੋ बनना ਬੰਦ ਹੋ ਗਿਆ, ਕ੍ਰੋਮੋ ਜਾਂ ਆਰਟ ਪੇਪਰ ਨੇ ਲਈ। ਹੁਣੇ ਤੁਹਾਨੂੰ ਮੇਰੇ ਖਿਆਲ ਮੈਂ ਥੋੜੇ ਦਿਨ ਪਹਿਲੇ ਇੱਕ ਪਾਇਆ ਸੀ, ਜਿਹੜਾ ਥੋੜਾ ਪੀਵੀਸੀ ਕਿੰਨਾ ਮਹਿੰਗਾ ਹੋ ਗਿਆ। ਹਾਂ ਪੀਵੀਸੀ ਬਹੁਤ ਮਹਿੰਗਾ। ਜਦ ਪੀਵੀਸੀ ਮਹਿੰਗਾ ਹੋ ਰਿਹਾ, ਤੁਹਾਡੀ ਲੈਮੀਨੇਸ਼ਨ ਮਹਿੰਗੀ ਹੋਈ ਜਾ ਰਹੀ ਹੈ, ਉਹ ਵੀ ਤਾਂ ਕਾਸਟ ਇੰਕਰੀਜ਼ ਹੋ ਰਹੀ ਹੈ। ਆਪਾਂ ਉਸ ਨੂੰ ਉਹਨੂੰ ਗਿਣ ਨਹੀਂ ਪਾ ਰਹੇ। ਮੇਰੇ ਕੋਲ ਤੁਹਾਨੂੰ ਮੇਰੇ ਕੋਲ WhatsApp ਕੀਤਾ ਸੀ ਸਾਰਿਆਂ ਨੂੰ ਇੱਕ ਪੂਰੀ ਪੜੇ ਸਰ, ਪੜੇ ਜੀ। ਕੋਈ नहीं सर, ये भी आज की कोशिश कर रहे हैं, कोई ना कोई हल निकलेगा। ਚਲਿए यही चाहते हैं बस, मतलब कोई ना कोई तो चलता रहे ना इस तरह मुद्दे ते गल। नहीं मुद्दे ने ना देखो सैमीनार करांगे, ਉਹਦੇ ਚ ਸਾਰਿਆਂ ਦੀ ਪਾਰਟਿਸਿਪੇਟ ਚਾਹੀਦੀ, ਆਪਣੀ ਵੀ ਵਿਊ ਪੁਆਇੰਟ ਦੱਸੋ, ਉਹ ਸਾਰੇ ਵੀ ਇਕੱਠੇ ਹੋ ਕੇ ਗੱਲ ਕਰਨਗੇ ਨਾ। ਅੱਛਾ ਅਸੀਂ ਇਹਦੇ ਅੱਛੇ ਬੰਦੇ ਹੁੰਦੇ, ਜਿਹੜੇ ਵੈਰੀ ਇਫੈਕਟਿਵ ਬੰਦੇ ਆ, ਜਿਹੜੇ ਗਵਰਨਮੈਂਟ ਨੂੰ ਵੀ ਅਪਰੋਚ ਕਰਨਗੇ, ਗੱਲ ਕਰਨਗੇ। ਕੋਈ ਨਾ ਕੋਈ ਤਾਂ ਕੋਸ਼ਿਸ਼ ਕਰਨ ਨੂੰ ਵੀ ਕੋਸ਼ਿਸ਼ ਤਾਂ ਕਰਨੀ ਚਾਹੀਦੀ। राइट है सर। एनीथिंग एल्स और कुछ? बाकी ਸਾਡੇ ਕੋਲ ਕੈਲੰਡਰ ਲਗਭਗ ਹੁਣ ਸਾਰਾ ਕੰਪਲੀਟ ਹੋ ਗਿਆ। ਐਡ ਕੱਲ ਹੀ ਲਾਸਟ ਐਡ ਆਈ ਹੈ ਤੇ ਹੁਣ ਮੇਰੇ ਲਈ ਇਸ ਹਫਤੇ ਛਪ ਜਾਏਗਾ। ਮਨੋਜ ਜੀ ਬੈਠੇ ਹੀ ਹੈ ਜੀ। ਥੈਂਕ ਯੂ ਮਨੋਜ ਜੀ। ਮੈਂ ਤਾਂ ਕਹਿੰਦਾ ਮਨੋਜ ਜੀ ਲਈ ਇੱਕ ਬਿਗ ਕਲੈਪ ਹੋਣੀ ਚਾਹੀਦੀ ਇੱਥੇ ਹੀ, ਕਿ ਵਾਕਈ ਮਨੋਜ ਜੀ ਬੜੀ ਐਫਰਟ ਕਰਦੇ ਨੇ। ਥੈਂਕਸ ਮਨੋਜ ਜੀ। ਥੈਂਕ ਯੂ ਜੀ, ਬਹੁਤ ਬਹੁਤ ਵਧਾਈਆਂ ਮਨੋਜ ਜੀ। ਥੈਂਕ ਯੂ ਜੀ। भाई मेरे को नेक्स्ट वीक तक हो जाएगा तैयार और वी विल डिस्ट्रीब्यूट। ਰਿਗਾਰਡਿੰਗ ਇੱਕ ਚੱਕਰ ਰਹਿ ਗਿਆ ਕਿ ਜਿਹੜੀ ਸਾਡੀ ਨੈਕਸਟ ਮੀਟਿੰਗ ਅਸੀਂ ਪਲਾਨ ਕਰ ਰਹੇ ਸੀ ਦਸੰਬਰ ਦੇ ਵਿੱਚ, AGM ਹੈ ਸਾਡੀ, ਲੇਕਿਨ ਹੁਣ ਫਿਰ ਜਿਵੇਂ ਗਵਰਨਮੈਂਟ ਨੇ ਰਿਸਟ੍ਰਿਕਸ਼ਨ ਲਾਤੇ, ਮੈਂ ਤਾਂ ਪਾਰਕਲਾ ਬੁਕਿੰਗ ਕਰਾ ਰਹੇ ਸੀ, ਫਿਰ ਕਰਾਦੇ ਕਰਦੇ ਫਿਰ ਮੈਂ ਕਿਹਾ ਹਫਤਾ ਵੇਟ ਕਰ ਲਈਏ। ਪ੍ਰੋਗਰਾਮ ਇਹ ਬਣਾਇਆ ਸੀ ਸਾਡੇ ਪ੍ਰਧਾਨ ਜੀ ਕੋਰ ਕਮੇਟੀ 'ਚ, ਇਹ ਗੱਲ ਹੋਈ ਸੀ ਕਿ ਅਸੀਂ ਏਦਾਂ ਕਰੀਏ, ਉਹ ਕਰ ਲਈਏ ਜਿਹੜੀ ਆਪਾਂ ਪਿਛਲੀ ਵਾਰੀ ਕੀਤੀ ਸੀ ਨਾ, ਨਾਰਥ ਜ਼ੋਨ ਪ੍ਰਿੰਟਰਸ ਮੀਟ। ਉਹ ਨਾ ਕਰਿਓ, ਅੱਗੇ ਕਰੋਨਾ ਤਾਂ ਫੈਲਦਾ ਪਿਆ, ਤੁਸੀਂ ਆ ਦੇਖੋ। ਹਾਂ ਦੱਸੋ ਨਾਰਥ ਜ਼ੋਨ ਪ੍ਰਿੰਟਰ ਲੱਗਿਆ ਕਰਨ। ਬੋਲੋ ਜਲਦੀ ਜੀ ਉਸ ਮੀਟਿੰਗ 'ਚ ਨਹੀਂ ਸੀਗਾ ਸਰ। ਵੈਸੇ ਤਾਂ ਆਪਾਂ ਜੋ ਲਾਸਟ ਮੈਂ ਪੜ੍ਹ ਲਏ ਸੀ ਮਿੰਟਸ ਕਰਨੀ ਚਾਹੀਦੀ ਹੈ, ਪਰ ਹੰਸਰਾਜ ਜੀ ਦੀ ਗੱਲ ਸੀ ਕਿ ਹੁਣ ਬਦਲੇ ਸਿਨੈਰੀਓ ਦੇ ਵਿੱਚ ਆਈ ਥਿੰਕ ਇੱਕ ਵੀਕ ਵੇਟ ਕਰ ਲੈਂਦੇ ਆ ਕੀ ਸਿਨੈਰੀਓ ਆਉਂਦਾ। ਗਵਰਨਮੈਂਟ ਕੋਈ ਐਸੇ ਬੈਨਸ ਹੀ ਨਾ ਲਗਾ ਦੇ, ਜਿਵੇਂ ਸੁਣ ਰਿਹਾ ਕਿ ਕੱਲ ਤੋਂ ਨਾਈਟ ਕਰਫਿਊ ਸ਼ਾਇਦ ਪੰਜਾਬ ਕੱਲ ਪਰਸੋਂ ਸ਼ੁਰੂ ਹੋ ਜਾਏ। ਕੁਝ ਨਹੀਂ ਹੈਗਾ, ਅਹਿਮਦਾਬਾਦ ਵਿੱਚ ਸ਼ੁਰੂ ਹੋਇਆ ਹੈ। ਨਹੀਂ ਇੱਥੇ ਵੀ ਸੁਣਨ ਨੂੰ ਆ ਰਿਹਾ, ਸ਼ੋਰ ਨਹੀਂ ਹੈ ਨਾ, ਹਜੇ ਕੁਝ ਨਹੀਂ ਹੈਗਾ, ਇਹ ਸਿਰਫ ਹਜੇ ਅਹਿਮਦਾਬਾਦ ਵਿੱਚ ਹੀ ਹੋਇਆ ਸ਼ੁਰੂ। ਅੱਜ ਤੋਂ ਬਲਕਿ 23 ਹੋਣਾ ਹੈ। MP 'ਚ ਵੀ ਹੋ ਗਿਆ ਨਾ, MP 'ਚ 5-6 ਸ਼ਹਿਰਾਂ 'ਚ ਹੋ ਗਿਆ। ਸੋ ਇਹੀ ਕਹਿ ਰਹੇ ਕਿ ਬਦਲੇ ਸਿਨੈਰੀਓ 'ਚ ਫਿਰ ਲੋਕਾਂ ਨੂੰ ਵੀ ਥੋੜਾ ਡਾਊਟ ਹੋ ਜਾਏਗਾ ਵੀ ਆਣਾ ਵੀ ਉਹਨਾਂ ਲਈ ਔਖਾ ਹੋ ਜਾਏਗਾ ਨਾ, ਜੇ ਨਾਈਟ ਵਾਲਾ ਕਰਫਿਊ ਸ਼ੁਰੂ ਹੋ ਗਿਆ। ਤੇ ਆਈ ਥਿੰਕ ਇਸ ਤਰ੍ਹਾਂ ਸੀ, ਮੈਂ ਦੱਸਦਾ ਪ੍ਰਧਾਨ ਜੀ, ਗੱਲ ਹੋਈ ਸੀ ਕਿ ਜਿਹੜੇ ਸਾਡੀ ਐਨੂਅਲ ਮੀਟਿੰਗ ਤਾਂ ਹੋਣੀ ਹੈ, ਇਲੈਕਸ਼ਨ ਵੀ ਹੈ ਕਿ ਕੈਲੰਡਰ ਰਿਲੀਜ਼ ਵਗੈਰਾ ਜਿਹੜਾ ਸਾਡਾ ਇੱਕ ਬੰਦਾ ਜਨਰਲ ਬਾਡੀ ਉਹਦੀ ਮੀਟਿੰਗ ਅਸੀਂ ਕਰਦੇ ਕਦੀ ਵੀ। ਹੁਣ ਪਿੱਛੇ ਅਸੀਂ 26 ਜਨਵਰੀ ਜਾਂ 15 ਅਗਸਤ ਨੂੰ ਜਲਦੀ ਸੀਗਾ, ਪਤਾ ਹੀ ਹੈ, ਸਿਰਫ 2 ਬੰਦੇ ਆਏ ਸੀ ਸਰ। ਆਪਣੇ ਪੂਰਾ ਸਾਰਿਆਂ ਨੇ ਫੋਨ ਕਰਕੇ ਜ਼ੋਰ ਵੀ ਲਗਾਇਆ ਸੀ, ਤੇ 2 ਬੰਦੇ ਟੋਟਲ 2 ਬੰਦੇ ਆਏ ਸੀ 26 ਜਨਵਰੀ ਨੂੰ ਬਾਹਰੋਂ, ਮਤਲਬ ਸਾਡੇ ਐਗਜ਼ੈਕਟਿਵ ਛੱਡ ਕੇ। ਤੇ ਹੁਣ ਅਗਰ ਅਸੀਂ ਜੀਬੀ ਕਰਾਂਗੇ, ਹੁਣ ਅਸੀਂ ਜੀਬੀ ਕਰਾਂਗੇ ਤਾਂ ਆਣਾ ਕਿਸੇ ਨੇ ਵੀ ਨਹੀਂ, ਜੋ ਸਾਡੀ ਐਕਸਪੈਕਟੇਸ਼ਨ ਹੈ। ਆਪਣੇ ਬੰਦੇ ਪੂਰੇ ਨਹੀਂ ਹੁੰਦੇ। ਅੱਜ ਦੇਖ ਲਓ ਤੁਹਾਡੀ ਐਗਜ਼ੈਕਟਿਵ ਕਿੱਥੇ ਪੂਰੇ ਹੁੰਦੇ, ਐਗਜ਼ੈਕਟਿਵ ਹੀ ਬੰਦੇ ਪੂਰੇ ਨਹੀਂ ਹੈ। ਨਿਤਿਨ ਨਹੀਂ ਹੈ, ਅਮਰਿੰਦਰ ਨਹੀਂ ਹੈ, ਇਹ ਉਹ ਬੰਦੇ ਕਰ ਜਿਹਨਾਂ ਨੇ ਕਿਹਾ ਅਸੀਂ ਪਹੁੰਚਾਂਗੇ। ਗਗਨਦੀਪ ਨਹੀਂ ਹੈ, ਰੋਮੀ ਜੀ ਨਹੀਂ ਹੈ, ਰੋਮੀ ਦਾ ਕਿਸੇ
ਤੇ ਜੇ ਅਸੀਂ ਹੁਣ ਮੀਟਿੰਗ ਦਾ ਐਨੂਅਲ ਤਾਂ ਕਰਨੀ ਹੈ ਨਾ, ਦੈਟ ਇਜ਼ ਅ ਮਸਟ। ਜਾਂ ਉਹਨੂੰ ਜ਼ੂਮ ਤੇ ਕਰਾਂਗੇ, ਜ਼ੂਮ ਤੇ ਕਰਕੇ ਇੰਨੇ ਕੀ ਬੰਦੇ ਆਣਗੇ ਜਿੰਨੇ ਅੱਜ ਆਏ। ਅਸੀਂ ਫਿਰ ਜਦੋਂ ਕੋਰ ਕਮੇਟੀ ਗੱਲ ਹੈ ਯਾਰ ਇੱਕ ਮੀਟਿੰਗ ਕਰ ਲਈਏ, ਬਟ ਜਦੋਂ ਹਾਲਾਤ ਦੇਖੇ ਤਾਂ ਮੈਂ ਬੁਕਿੰਗ ਕਰਾਈ ਨਹੀਂ ਹੈ। ਦੈਟ ਵਾਜ਼ ਔਨ ਦਾ ਵੇ। ਮੈਂ ਕਰਾ ਰਹੇ ਸੀ, ਮੈਂ ਸੀਰੀ ਦਾ ਵੇਟ ਕਰ ਇੱਕ ਹਫਤਾ ਹੋਰ, ਸ਼ਾਇਦ ਜਿਵੇਂ ਬੰਦੇ ਨੇ ਕਿਹਾ ਕੋਈ ਗੜਬੜ ਹੋ ਜਾਏ ਤਾਂ ਫਿਰ ਵੇਟ। ਪਰ ਚੋਬੜਾ ਕੀ ਯਾਰ, ਚੋਬੜਾ ਤੁਸੀਂ ਦੱਸੋ सर सोच समझ के बुकिंग करायो, हले हफ्ता 10 दिन ठहर जाओ। ठहर गया सर, नाले भी करो, करनी नहीं मीटिंग ना, मीटिंग ਤੁਸੀਂ ਕਹਿੰਦੇ ਨਹੀਂ ਕਰਨੀ, ਫਿਰ ਬੁਕਿੰਗ ਕਾਹਦੇ ਲਈ ਕਰਾਣੀ ਹੈ? ਹੁਣ ਇਹਨਾਂ ਨੇ ਕੀ ਕਿਹਾ, ਬਿਲਕੁਲ ਨਹੀਂ ਮੀਟਿੰਗ ਕਰਨੀ, ਤੇ ਫਿਰ ਆਪਾਂ ਬੁਕਿੰਗ ਕਿਉਂ ਕਰਾਵਾਂਗੇ? ਨਹੀਂ ਸਰ, ਮੀਟਿੰਗ ਤਾਂ ਹੋਣੀ ਚਾਹੀਦੀ, ਬਟ ਵੇਟ ਕਰ ਲੈਂਦੇ ਆ ਵੀ ਕਿੰਨੀ ਕੁ ਲੈਵਲ ਦੀ ਕਰਨੀ ਹੈ। ਚੋਬੜਾ ਹੀ ਦੱਸੋ। लेवल बड़ा ना रखो, लेवल छोटा ही रखो सर, बाहर दे कितों आ जाणगे? ਫਿਰ ਆਪਣੇ ਇੱਥੋਂ ਤਾਂ ਆਣਾ ਹੀ ਨਹੀਂ। ਹਾਂਜੀ, ਫਿਰ ਤਾਂ ਆਪਣੇ ਆਫਿਸ 'ਚ ਹੋ ਸਕਦੀ ਮੀਟਿੰਗ, ਫਿਰ ਤਾਂ ਜ਼ਰੂਰਤ ਹੀ ਨਹੀਂ। ਹਾਲਾਤਾਂ ਦਾ ਕੱਲ ਨੂੰ ਕੋਈ ਪਤਾ ਨਹੀਂ ਕੀ ਹੋ ਸਕਦਾ ਹੈ। ਨਹੀਂ ਚੋਬੜਾ ਹੀ ਆਉਣ ਵਾਲੇ ਟਾਈਮ ਦਾ ਕੋਈ ਨਹੀਂ ਕਹਿ ਸਕਦਾ ਕੁਝ ਵੀ। ਇਦਾਂ ਨਾ ਕਿ ਅਗਰ ਆਪਾਂ ਸੋਚੀਏ, ਫਿਰ ਤਾਂ ਸਾਡੇ ਦਫ਼ਤਰ ਦੀ ਮੀਟਿੰਗ ਹੋ ਜਾਣੀ ਨਾ ਉੱਥੇ 100 ਸਿਟੀ, ਫਿਰ ਜ਼ਰੂਰਤ ਕੀ ਹੈ ਉਧਰ ਹੋਟਲ ਵਗੈਰਾ ਕਰਨ ਦੀ? ਅਗਰ ਆਪਣੇ ਬੰਦੇ ਨੇ ਲੈਣੇ, ਆਪਣੇ ਬੰਦੇ ਹੋਰ ਨਹੀਂ ਜਾਣੇ। 10-15 ਦਿਨ ਦੇਖ ਲਓ ਹੋਰ। ਕਰਨੀ ਕਿ ਨਹੀਂ ਕਰਨੀ, ਮੈਂ ਤਾਂ ਪੁੱਛ ਰਿਹਾ। ਹਫਤਾ, ਮੈਂ ਤਾਂ ਹੀ ਕਹਿ ਰਿਹਾ ਵੀ ਹਫਤਾ ਠਹਿਰ ਜੋ ਨਾ, ਪਤਾ ਲੱਗ ਜੂਗਾ ਵੀ ਕੀ ਹਾਲਾਤ ਨੇ। ਨਹੀਂ, ਤੁਸੀਂ ਦੋ ਗੱਲਾਂ ਕਰ ਰਹੇ ਹੋ ਨਾ। ਆਪਾਂ ਆਪਣੀ ਏਜੀਐਮ ਕਰਨੀ ਹੈ, ਆਪਣੀ ਏਜੀਐਮ ਤਾਂ ਕਰਨੀ ਹੈ ਸਰ। ਏਜੀਐਮ ਕਿੱਥੇ ਹੁੰਦੀ ਹੈ, ਕੀ ਹੁੰਦਾ ਕੀ ਨਹੀਂ ਹੁੰਦਾ, ਉਹ ਤਾਂ ਕੱਲ ਦਾ ਕੋਈ ਨਹੀਂ ਪਤਾ ਹੈਗਾ ਨਾ। ਏਜੀਐਮ ਤਾਂ ਹੋਣੀ ਹੈ। ਹਾਂਜੀ, ਨਾਰਥ ਪ੍ਰਿੰਟਰ ਮੀਟ, ਨਾਰਥ ਜ਼ੋਨ ਦੀ ਗੱਲ ਛੱਡਦੀ ਹੈ, ਸਿਰਫ ਏਜੀਐਮ ਦੀ ਗੱਲ ਕਰੀਏ। ਹਾਂਜੀ, ਉਹਦੇ ਤਾਂ ਫਿਰ 100 ਸਿਟੀ ਦੀ ਕਰਾਂਗੇ, ਫਿਰ ਹੋਟਲ ਜਾਣ ਦੀ ਲੋੜ ਨਹੀਂ ਹੈ। ਠੀਕ ਹੈ, 100 ਸਿਟੀ ਕਰ ਲਓ। ਹਾਂ, ਫਿਰ 100 ਸਿਟੀ ਕਰ ਲਓ, ਉਹਨੇ ਕੀ ਬੰਦੇ ਆਣੇ ਪਤਾ ਹੀ ਹੈ, ਤਾਂ ਵੀਲ ਆਰਗੇਨਾਈਜ਼ ਹੈ। ਪ੍ਰਧਾਨ ਜੀ, ਤੁਹਾਡੀ ਕੀ ਰਾਏ ਹੈ ਜੀ, ਦੱਸੋ। ਮੇਰਾ ਕਨੈਕਸ਼ਨ ਡਿਸਕਨੈਕਟ ਹੋ ਗਿਆ। ਰਿਗਾਰਡਿੰਗ ਏਜੀਐਮ ਹੈ ਕਦੋਂ ਆ? ਦਸੰਬਰ ਐਂਡ ਤੱਕ ਕਰਨੀ ਹੁੰਦੀ, ਕਦੋਂ ਵੀ ਕਰ ਸਕਦੇ ਹਾਂ ਵੈਸੇ ਤਾਂ। ਆਪਾਂ ਕੀ ਚਾਹੁੰਦੇ ਹਾਂ, ਉਹਨੂੰ ਵਰਚੁਅਲ ਕਰੀਏ? ਵਰਚੁਅਲ ਸਰ ਐਕਚੁਅਲੀ ਵਰਚੁਅਲੀ ਅਸੀਂ ਫਿਜ਼ੀਕਲ ਚਾਹ ਰਹੇ ਸੀ ਕਰਨੀ, ਪਲਾਨਿੰਗ ਇਹ ਕਰ ਰਹੇ ਸੀ, ਕਿਉਂਕਿ ਹੁਣ ਥੋੜੀ ਅੱਜ ਕੱਲ੍ਹ 'ਚ ਖਬਰਾਂ ਥੋੜੀ ਹੋਰ ਤਰ੍ਹਾਂ ਆ ਗਈਆਂ ਨਾ। ਅਸੀਂ ਪਲਾਨਿੰਗ ਇਹ ਕਰ ਰਹੇ ਸੀ, ਪਹਿਲੇ ਸਾਡੀ ਕੋਰ ਕਮੇਟੀ 'ਚ ਡਿਸਾਈਡ ਹੋਇਆ ਸੀ ਕਿ ਫਿਜ਼ੀਕਲ ਮੀਟਿੰਗ ਕਰ ਲਈ ਹੈ ਪਾਰਕ ਪਲਾਜ਼ਾ 'ਚ, ਔਰ ਨਾਰਥ ਜ਼ੋਨ ਮੀਟਿੰਗ ਕਰ ਲਈਏ, ਤਾਂ ਕਿ ਨਾਰਥ ਦੇ ਜਿਹੜੇ ਆਸੇ-ਪਾਸੇ ਦੇ ਜਿਹੜੇ ਪ੍ਰਿੰਟਰ ਆ ਉਹਨਾਂ ਨੂੰ ਬੁਲਾ ਲਈਏ, ਔਰ ਪਲੱਸ ਆਲ ਇੰਡੀਆ ਦੀ ਜਿਹੜੀ ਨਵੀਂ ਇਲੈਕਟਿਡ ਟੀਮ ਹੈ ਉਹਨਾਂ ਨੂੰ ਬੁਲਾ ਲਈਏ, ਫੈਲੀਸੀਟ ਕਰ ਲਈ, ਜਿਵੇਂ ਅੱਗੇ 8 ਸਾਲ ਆਪਾਂ ਬੁਲਾਈ ਦੇ। ਉਹਨਾਂ ਨੇ ਕਿ ਵੀ ਬੰਦੇ ਬੁਲਾਉਣ ਦਾ ਸਿਰਫ ਮਕਸਦ ਹੈ ਨਾ ਕਿ ਜਦੋਂ ਅਸੀਂ ਆਪਣੀ ਮੀਟਿੰਗ 25, 30, 40 ਤੋਂ ਜ਼ਿਆਦਾ ਆਉਂਦੇ ਨਹੀਂ, ਉਹ ਇਸ ਬਾਹਰਲੇ ਆਉਣ ਨਾਲ ਥੋੜਾ ਸਟਰੈਂਥ ਸ਼ੋ ਹੋ ਜਾਂਦੀ ਹੈ, ਅਗਰ ਅਸੀਂ ਉਸ ਲੈਵਲ ਦੀ ਕਰਨੀ ਹੈ ਤਾਂ। ਉਹ ਚੋਬੜਾ ਹੀ ਕਰੇ, ਉਹਦੀ ਲੋੜ ਨਹੀਂ, ਆਪਣੀ ਸਿਰਫ ਏਜੀਐਮ ਕਰੀਏ। ਇਸ ਕਰਕੇ ਤੁਹਾਡੀ ਰਾਏ ਪੁੱਛ ਰਿਹਾ ਹਾਂ। ਮੇਰੀ ਤਾਂ ਇਹੀ ਰਾਏ ਹੈ ਵੀ ਹਾਲ ਫਿਲਹਾਲ ਆਪਾਂ, ਮੇਰਾ ਨਹੀਂ ਖਿਆਲ ਵੀ ਆਉਣ ਵਾਲੇ 2 ਮਹੀਨੇ ਤੱਕ ਕੋਈ ਵੀ ਆਪਾਂ ਪਲਾਨ ਕਰੀਏ ਜਿਹੜਾ ਕਿ ਕਿਸੇ ਵੀ ਆਲ ਆਫ ਅ ਸਡਨ ਆਪਾਂ ਨੂੰ ਕੈਨਸਲ ਕਰਨਾ ਪਵੇ। ਇਸ ਕਰਕੇ ਅੱਜ ਹੀ ਫੋਨ ਕਿ ਵਰਚੁਅਲ ਹੀ ਠੀਕ ਰਹੂਗੀ। ਬਹੁਤ ਕੋਸ਼ਿਸ਼ ਕਰੋ ਤਾਂ ਸਾਊਥ ਸਿਟੀ ਵਾਲੇ ਆਫਿਸ ਕਰ ਲਓ, ਹਲੇ ਬਾਕੀ ਸਾਰੀਆਂ ਚੀਜ਼ਾਂ ਨੂੰ ਛੱਡ ਦਿਓ, 2 ਮਹੀਨੇ ਬਾਅਦ। ਜੀ ਫਿਰ ਆਪਾਂ ਇਹੀ ਕਰਦੇ ਸਰ, ਆਪਣੀ ਏਜੀਐਮ ਪਲਾਨ ਕਰਦੇ ਹਾਂ ਅਸੀਂ, ਉਹ ਬਾਕੀ ਛੱਡ ਦਿੰਦੇ ਹਾਂ। ਹਾਂ, that is only in OPA office possible, ਨਹੀਂ ਤਾਂ ਜੋ that's all। ਠੀਕ ਹੈ ਜੀ। ਐਨੀਬਡੀ ਕੋਈ ਹੋਰ ਕੋਈ ਗੱਲ ਇਹਦੇ ਬਾਰੇ ਕਰਨਾ ਚਾਹੇਗਾ? ਚਲੋ ਨੈਕਸਟ ਸਾਡੇ ਕੋਲ ਹੈ ਜੀ ਸਟੇਟਮੈਂਟ ਆਫ ਅਕਾਊਂਟ, ਇਨਕਮ ਐਂਡ ਐਕਸਪੈਂਡੀਚਰ। ਚੋਪੜਾ ਜੀ। ਹਾਂਜੀ ਸਰ, ਰਿਸਿਪਟ ਐਂਡ ਪੇਮੈਂਟਸ 19 ਅਕਤੂਬਰ ਤੋਂ 21 ਨਵੰਬਰ ਤੱਕ ਨੇ ਸਰ ਇਹ। ਤੇ ਇਹਦੀ ਹੈ, ਇੱਕ ਤਾਂ ਸੇਲ ਆਫ ਡਾਇਰੈਕਟਰੀ ਹੈ, ਉਹਦਾ 1000 ਰੁਪਇਆ ਆਇਆ, ਤੇ ਐਨੂਅਲ ਚਾਰਜ 2021 ਦੇ 47,200, ਤੇ ਕੈਲੰਡਰ ਐਡ ਦੇ ਆਪਾਂ ਨੂੰ ਆਏ ਨੇ ਹਲੇ ਤੱਕ 66,150 ਰੁਪਏ। ਇਹਦਾ ਹੁਣ ਪੇਮੈਂਟ ਹੈ ਜੂਮ ਵਾਸਤੇ, ਮੀਟਿੰਗ ਵਾਸਤੇ ਜਿਹੜੀ ਆਪਾਂ ਕਰਦੇ ਹਾਂ ਉਹਦੇ 7,000 ਰੁਪਇਆ ਉਹਨੂੰ ਦਿੱਤਾ ਹੈ, ਤੇ ਸੈਲਰੀ ਹੈ ਲੇਬਰ ਦੀ ਜਿਹੜੀ ਹੈਗਾ ਆਪਣੇ ਰੱਖੇ ਹੋਏ ਆਪਣੇ ਬੰਦੇ 19,387 ਰੁਪਏ। ਤੁਸ਼ਾਰ ਕੁਮਾਰ ਪ੍ਰਿੰਟ ਓਲੰਪਿਆਡ ਚ ਆਇਆ ਸੀ, ਉਹਨੂੰ 10,000 ਰੁਪਇਆ ਦਿੱਤਾ ਹੈ। ਤੇ ਪਾਲ ਜੀ ਬੇਕਰੀ ਮੀਟਿੰਗ ਵਾਸਤੇ ਬਿਸਕੁਟ ਵਗੈਰਾ ਆਉਂਦੇ ਆ 2158 ਰੁਪਏ। ਤੇ ਫੂਡ ਪੈਕਟ ਫਾਰ OPA ਮੀਟਿੰਗ ਸਾਊਥ ਸਿਟੀ ਹੋਈ ਸੀ ਜਿਹੜੀ ਪਿਛਲੀ ਮੀਟਿੰਗ 'ਚ 3304 ਰੁਪਏ।
ਤੇ ਕੋਰੀਅਰ ਐਂਡ ਸਪੀਡ ਪੋਸਟ 125 ਰੁਪਏ। 3 ਸਰਟੀਫਿਕੇਟ ਫਰੇਮ ਕਰਵਾਏ ਨੇ, ਜੱਜਿਸ ਵਾਸਤੇ ਭੇਜੇ ਸੀਗੇ, ਉਹ 300 ਰੁਪਇਆ। ਗਿਫਟ ਸੈਂਟ ਟੂ ਪ੍ਰਿੰਟ ਓਲੰਪੀਆਡ ਜੱਜਿਸ ਬਾਈ ਪੋਸਟ 196 ਰੁਪਏ। परचेज ऑफ जंतरी फॉर कैलेंडर 2021 110 रुपए। परचेज ऑफ पोस्टेज स्टैंप 12 सीगे 60 रुपए। ते परचेज प्रिंट पेंट फॉर AC बॉक्स 100 सिटी 270 रुपए। ये खर्चा होया 42,910 रुपए। ते इधर आपां नूं आया सी अपने कोल टोटल हो गए ये खर्चा ते बैलेंस घटा के 1,14,350 रुपए। ते बैंक बैलेंस है 8,264 रुपए। ते कैश इन हैंड है 11,183 रुपये। ते जेड़ा मैगजीन दा ओहदा बैंक बैलेंस है 3,78,79,302 रुपए। ते कैश इन हैंड है 1,290 रुपए। ये है जी अकाउंट। ठीक है जी, ठीक है चोपड़ा साहब, चलो अगे चलो। ये अकाउंट वैसे भेज भी दिता सारे नूं। ठीक है बाबू जी, ठीक है सर, ओके। कमल जी चलो अगे चलो। सर एक ट्रायल बैलेंस भी है ਜਿਹੜਾ ਇਹ ਤਾਂ ਸਾਡਾ ਅਕਾਊਂਟ ਹੈ ਇਨਕਮ ਐਂਡ ਐਕਸਪੈਂਡੀਚਰ, ਜਿਹੜਾ ਅੱਜ ਤੱਕ ਦਾ ਅਕਾਊਂਟ ਹੈ ਉਹ ਵੀ ਅਸੀਂ ਦੇ ਰਹੇ ਹਾਂ। ਟ੍ਰਾਇਲ ਬੈਲੈਂਸ ਸਾਡੇ ਕੋਲ ਜੋ ਵੀ ਹੈ ਆਲਰੇਡੀ ਸਾਰਿਆਂ ਨੂੰ ਮੈਂ ਭੇਜ ਦਿੱਤਾ ਹੈ ਉਹਦੇ ਤੇ WhatsApp ਦੇ ਉੱਤੇ ਵੀ, ਇੱਥੇ ਵੀ ਤੁਸੀਂ ਦੇਖ ਸਕਦੇ ਹੋ। ਬਸ ਦੋਨੋਂ ਅਕਾਊਂਟ ਅਸੀਂ ਇਕੱਠੇ ਕਰ ਲਏ। ਇਹ ਅਕਾਊਂਟ ਹੈ ਜਿਹੜਾ ਦੂਸਰਾ ਸੀ ਸਰ, ਉਹ ਤਾਂ ਸਰ ਇਨਕਮ ਐਂਡ ਐਕਸਪੈਂਡੀਚਰ ਹੈ। ਥੀਸ ਆਰ ਦਾ ਆਵਰ ਅਕਾਊਂਟਸ। ਅੱਜ ਤੱਕ ਦਾ 1 ਅਪ੍ਰੈਲ ਤੋਂ ਲੈ ਕੇ ਅੱਜ ਤੱਕ ਦਾ ਜੋ ਵੀ ਅਕਾਊਂਟ मैं भेजा है WhatsApp ਤੇ ਵੀ। ਅਗਰ ਕਿਸੇ ਨੇ ਕੋਈ ਕੁਐਸਚਨ ਪੁੱਛਣਾ ਤਾਂ ਚੋਪੜਾ ਜੀ ਕੋ ਪੁੱਛ ਸਕਦੇ ਉਹਦੇ ਬਾਰੇ, ਕੋਈ ਖਰਚੇ ਬਾਰੇ ਪੁੱਛਣਾ ਹੋਏ ਤਾਂ। ਇਸ ਤੋਂ ਇਲਾਵਾ ਵੀ ਜਦੋਂ ਇਹ ਤਾਂ ਇਟਸ ਫਾਈਨ, ਇਹਨੂੰ ਕਿਸੇ ਦੇ ਦਿਮਾਗ 'ਚ ਕੋਈ ਵੀ ਕੁਐਸਚਨ ਹੈਗਾ ਪੁੱਛ ਸਕਦਾ, ਨਹੀਂ ਤਾਂ ਬਾਅਦ 'ਚ ਵੀ ਪੁੱਛ ਸਕਦਾ ਕਿ ਇਹਨੂੰ ਅਜੇ ਅਪਰੂਵ ਕਰਨੀ ਜਦੋਂ ਮਰਜ਼ੀ। ਨਹੀਂ ਇਹਦਾ ਅਪਰੂਵ ਨਹੀਂ ਹੁੰਦਾ ਜੀ, ਇਹ ਤਾਂ ਵੈਸੇ ਸੀ ਨਹੀਂ ਹੁੰਦੇ। ਅਪਰੂਵ ਤਾਂ ਜੀ ਜਦੋਂ ਬਣੇਗਾ ਉਦੋਂ ਹੋਣਗੇ। ਇਹ ਤਾਂ ਅਗਰ ਕਿਸੇ ਨੇ ਕੋਈ ਕੁਐਸਚਨ ਪੁੱਛਣਾ ਪੁੱਛ ਸਕਦਾ, ਇਹ ਜਿਸ ਵਕਤ ਅਸੀਂ ਅਕਾਊਂਟ ਪੇਸ਼ ਕਰਾਂਗੇ ਉਦੋਂ ਅਪਰੂਵਲ ਹੀ ਹੁੰਦੀ। ਹਾਂ ਠੀਕ ਹੈ, ਠੀਕ ਹੈ, ਕੋਈ ਗੱਲ ਨਹੀਂ, ਪਲੀਜ਼ ਅੱਗੇ। ਮੇਰੀ ਗੱਲ ਤਾਂ ਹੁਣ ਆਪਣੇ ਵੱਲੋਂ ਹੁੰਦਾ ਹੈ ਜੀ ਕੁਝ ਵੀ। ਅਕਾਊਂਟ ਤਾਂ ਹੋ ਗਿਆ ਸਰ। ਬਾਕੀ ਅਗਰ ਕਿਸੇ ਨੇ ਕੋਈ ਗੱਲ ਕਰਨੀ ਹੋਏ ਤਾਂ ਐਨੀਬਡੀ ਵਾਂਟਸ ਟੂ ਟਾਕ। ਨਹੀਂ ਬਸ ਅੱਜ ਅਮਰਜੋਤ ਜੀ ਨੇ ਦੱਸ ਹੀ ਦਿੱਤਾ ਰਿਗਾਰਡਿੰਗ ਪੇਪਰ ਪ੍ਰਾਈਸਿਸ, ਤੁਸੀਂ ਉਹ ਤੇ ਕਾਫੀ ਵਿਸਤਾਰ ਦੇਤਾ। ਔਰ ਆਪਾਂ ਦੇਖਦੇ ਹਾਂ ਬਿਕੋਜ਼ ਸਾਨੂੰ ਇਹ ਚੀਜ਼ਾਂ ਕਰਵ ਕਰਨੀਆਂ ਪੈਣਗੀਆਂ, ਬਿਕੋਜ਼ ਸਾਡੀਆਂ ਫਿਨਿਸ਼ ਗੂਡਸ ਦੀਆਂ ਪ੍ਰਾਈਸਿਸ ਨਹੀਂ ਵਧ ਰਹੀਆਂ ਅੱਗੇ। ਸੋ ਇਸ ਕਰਕੇ ਇਹ 'ਚ ਦੇਖਦੇ ਹਾਂ ਵੀ ਤੁਸੀਂ ਜਿਹੜੀ ਕਮੇਟੀ ਬਣਾਈ ਆ ਕਿੱਥੇ ਤੱਕ ਆਪਾਂ ਨੂੰ ਉਹ ਲੈ ਕੇ ਜਾ ਸਕਦੀ ਆ, ਬਿਕੋਜ਼ ਲੰਬੀ ਲੜਾਈ ਆ। ਲੇਕਿਨ ਇਹ ਆ ਵੀ ਇਹਦੇ 'ਚ ਮੈਂ ਨਹੀਂ ਸਮਝਦਾ ਕਿ ਸਰਕਾਰ ਕੁਝ ਕਰ ਪਾਊਗੀ ਫॉर द ਟਾਈਮ ਵੀ। ਇਦਾਂ ਦੀ ਮੈਨੂੰ ਉਹ 'ਚ ਨਜ਼ਰ ਨਹੀਂ ਆ ਰਹੀ, ਬਿਕੋਜ਼ ਪੇਪਰ ਮਿਲਾਂ ਦਾ ਇੱਕ ਆਪਣਾ ਸਟਾਈਲ ਆ ਕੰਮ ਕਰਨ ਦਾ। ਸੋਚ ਗਵਰਨਮੈਂਟ ਦੀ ਕੋਈ ਇੰਟਰਫੇਰੈਂਸ ਨਾਲ ਉਹਨਾਂ ਨੂੰ ਕੋਈ ਫਰਕ ਨਹੀਂ ਪੈਣ ਲੱਗਾ, ਕਿਉਂਕਿ ਕੋਈ ਕਸਟਮ ਡਿਊਟੀ ਨਹੀਂ ਵਧੀ, ਕੋਈ ਇੰਪੋਰਟ ਡਿਊਟੀ ਨਹੀਂ ਵਧੀ ਜਿਹਤੇ ਆਪਾਂ ਸਰਕਾਰ ਨੂੰ ਕਹੀਏ ਭਾਈ ਇਹਨੂੰ ਘਟਾਓ। ਜੀ 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 ਬਿਲਕੁਲ। ਕੋਈ ਟੈਕਸ ਨਹੀਂ। ਜੋ ਤੁਸੀਂ ਗੱਲ ਕਰ ਰਹੇ ਇੱਕ ਨਾ, ਮਤਲਬ ਸਾਡੇ ਕੋਲ ਇੱਕ ਹੋਰ ਉੱਥੇ ਹੈ ਸਕੀਮ ਜਿਹੜੀ ਮੈਂ ਪਹਿਲੇ ਵੀ ਕੰਨੀ ਕੀਤੀ ਹੋਈ ਹੈ, ਕ੍ਰਿਸਲ ਇੰਡੈਕਸ। ਜਿਸ ਤਰ੍ਹਾਂ ਅਗਰ ਤੁਸੀਂ MNC ਨੂੰ ਸਪਲਾਈ ਕਰਦੇ ਹੋ ਜਾਂ ਵੱਡੀਆਂ ਫਰਮਾਂ ਨੂੰ ਸਪਲਾਈ ਕਰਦੇ ਹੋ, ਉਹਨਾਂ ਨੂੰ ਇਹ ਐਗਰੀ ਕਰਾਣਾ ਕਿ ਪੇਪਰ ਦੇ ਰੇਟ ਜਾਂ ਕੈਮੀਕਲ ਦੇ ਰੇਟ ਵਧ ਰਿਹਾ, ਤਾਂ ਕ੍ਰਿਸਲ ਇੰਡੈਕਸ ਹੈ। ਕ੍ਰਿਸਲ ਤੁਹਾਨੂੰ ਪਤਾ ਇੰਡੀਪੈਂਡੈਂਟ ਬਾਡੀ ਹੈ। ਆਲ ਇੰਡੀਆ ਫੈਡਰੇਸ਼ਨ ਉਹਨਾਂ ਨੂੰ ਪੈਸੇ ਦਿੰਦੀ, ਲਗਭਗ 4 ਲੱਖ ਰੁਪਏ ਸਾਲ ਦੇ ਅਸੀਂ ਦਿੰਦੇ ਹਾਂ। ਉਹ ਇੱਕ ਸਾਡਾ ਇੰਡੈਕਸ ਬਣਾ ਕੇ ਜੋ ਤੁਸੀਂ ਜਾਓਗੇ ਨਾ, AFMP ਇੰਡੈਕਸ ਅਲੱਗ ਆਉਂਦਾ ਹੈ। ਇਹ ਮੈਂ ਮੰਨਦਾ ਕਿ ਛੋਟੇ ਪ੍ਰਿੰਟਰ ਨੂੰ ਨਹੀਂ ਫਾਇਦਾ ਹੁੰਦਾ, ਕਿਉਂਕਿ ਉਹਦਾ ਜਿਹੜਾ ਕਸਟਮਰ ਉਸ ਚੀਜ਼ ਨੂੰ ਨਹੀਂ ਮੰਨਦਾ, ਲੇਕਿਨ ਤੁਹਾਡੇ ਵਾਸਤੇ ਬੜੀ ਵੱਡੀ ਚੀਜ਼ ਹੈ। ਤੁਸੀਂ ਜਾ ਕੇ ਦੱਸ ਸਕਦੇ ਹੋ ਕਿ ਦੇਖੋ ਆਹ ਇੰਡੈਕਸ ਆ ਗਿਆ, ਹੁਣ ਮੇਰਾ ਰੇਟ ਇੰਨਾ ਵੱਧ ਗਿਆ, ਤੇ MNC ਉਸ ਨੂੰ ਮੰਨਦੀ ਹੈ। ਠੀਕ ਹੈ, ਕ੍ਰਿਸਲ ਇੰਡੈਕਸ ਮੈਨੂੰ ਪਤਾ, ਮੈਂ ਦੇਖਿਆ। ਯੂ ਆਰ ਰਾਈਟ। ਵੱਡੀਆਂ ਕੰਪਨੀਆਂ ਤਾਂ ਵੈਸੇ ਹੀ ਖੈਰ ਮਾਰਕੀਟ ਦੇ ਸਿਨੈਰੀਓ ਨਾਲ ਹੀ ਚੱਲਦੀਆਂ। ਜੇ ਕੋਈ ਵੱਧਦੀਆਂ ਤਾਂ ਉਹ ਆਈ ਥਿੰਕ ਮਹੀਨੇ ਨੂੰ ਤਾਂ 2 ਮਹੀਨੇ ਨੂੰ ਕੰਸੀਡਰ ਕਰ ਲੈਂਦੀਆਂ ਨੇ। ਔਰ ਸਮਝੋ ਜੇ 3 ਮਹੀਨੇ 'ਚ ਕੰਸੀਡਰ ਕਰਦੀਆਂ ਤਾਂ 1 ਮਹੀਨਾ ਪਿੱਛੋਂ ਵੀ ਪ੍ਰਾਈਸ ਇਨਕਰੀਜ਼ ਦੇ ਦਿੰਦੀਆਂ ਨੇ। ਆਇਆ ਹੋਇਆ ਸੀ ਇਹਨਾਂ ਨੂੰ ਪੜ੍ਹਤਾ। ਪ੍ਰਧਾਨ ਜੀ ਜਿਹੜੀ ਗੱਲ ਜੋਲੀ ਜੀ ਕਹਿ ਰਹੇ ਸੀ ਰਿਗਾਰਡਿੰਗ ਕਰਾਫਟ ਪੇਪਰ ਦੇ ਰੇਟ ਵਧ ਰਹੇ, ਉਹਦੇ ਵਾਸਤੇ ਫਿਰ ਕਰਨਾ ਕੀ ਚਾਹੀਦਾ? ਵਾਟ ਵੀ ਸ਼ੁਡ ਡੂ? ਮੈਂ ਸਮਝਦਾ ਸਾਰੀਆਂ ਕੰਪਨੀਆਂ ਨੇ ਰੇਟ ਬਣਾਏ ਆ ਅੱਗੇ, ਜਿਨ੍ਹਾਂ ਨੂੰ ਅਸੀਂ ਕੋਰੂਗੇਟਡ ਕਾਰਟਨ ਦਿੰਦੇ ਆ। ਆਈ ਥਿੰਕ ਰੇਟਸ ਆਰ ਇਨਕਰੀਜ਼ ਅਪ ਟੂ 8% ਟਿਲ ਨਾਓ। ਜੀ 8% ਤੱਕ ਵਧਾ ਚੁੱਕੇ। ਜਿਹੜੀ ਪਰਸੋਂ ਚੌਥ ਹਲੇ 2000 ਰੁਪਏ ਟਨ ਦੀ ਆਈ ਹੈ, ਹਲੇ ਲਾਗੂ ਨਹੀਂ ਹੋਈ, ਕਿਉਂਕਿ ਵੀ ਆਰ ਸਟਿਲ ਬਾਇੰਗ ਔਨ ਦ 올ਡ ਪ੍ਰਾਈਸਿਸ। ਸਾਨੂੰ ਹਲੇ ਪੁਰਾਣੀ ਪ੍ਰਾਈਸ ਤੇ ਹੀ ਮਾਲ ਆ ਰਿਹਾ। ਕੱਲ ਵੀ ਆਇਆ, ਔਰ ਅੱਗੇ ਵੀ ਸਾਡੇ ਜਿਹੜੇ ਆਰਡਰ ਦਿੱਤੇ ਹੋਏ ਆ
ਬੰਦਿਆਂ ਨੇ ਕਿਹਾ ਜ਼ਰੂਰ ਆ, ਪਰ ਦੇ ਆਰ ਸਟਿਲ ਸਪਲਾਈਂਗ ਔਨ ਓਲਡ ਪ੍ਰਾਈਸਿਸ, ਬਟ ਦੇ ਆਰ ਆਸਕਿੰਗ ਕਿ ਉਹ ਪੁੱਛ ਰਹੇ ਆ ਕਿ ਸਾਨੂੰ ਪ੍ਰਾਈਸ ਇਨਕਰੀਜ਼ ਚਾਹੀਦਾ ਜੀ। ਸੋ 8% ਕਰਾਫਟ ਪੇਪਰ ਦੇ ਜਿਹੜੇ ਬੰਦੇ ਮਤਲਬ ਕਾਰੋਗੇਟਡ ਕਾਰਟਨ ਦੇ ਰੇਟ ਮਾਰਕੀਟ 'ਚ ਨੋਰਮਲ ਬੰਦਿਆਂ ਨੇ ਵਧਾਏ ਆ 8% ਤੱਕ। ਸੋ ਇਸ ਕਰਕੇ ਅਗਰ ਕੋਈ ਬੰਦਾ ਇਸ ਗੱਲ ਨੂੰ ਕਵੇ ਤਾਂ ਇੱਕ ਦੂਜੇ ਦੀ ਹੈਲਪ ਲੈ ਸਕਦੇ ਆ, ਜਿਹੜੇ ਬੰਦੇ ਮੇਨ ਕਾਰੋਗੇਟਡ ਕਾਰਟਨ ਦਾ ਕੰਮ ਕਰਦੇ ਆ। 8% ਤੱਕ ਮੈਂ ਆਪਣੀ ਗੱਲ ਕਰ ਰਿਹਾ, ਸਾਡਾ ਹਾਲਾਂਕਿ ਕਾਰੋਗੇਟਡ ਕਾਰਟਨ ਦਾ ਸ਼ੇਅਰ ਬਹੁਤ ਘੱਟ ਆ, ਪਰ 8% ਤੱਕ ਸਾਨੂੰ ਪ੍ਰਾਈਸ ਇਨਕਰੀਜ਼ ਮਿਲਿਆ ਇਹਦੇ ਵਿੱਚ। ਅਸੀਂ ਮੰਗਿਆ ਸੀ 10%, ਤੇ ਦੇਖੋ ਰੀਜ਼ਨੇਬਲ ਆ ਬੰਦਿਆਂ ਨੇ ਕਿੰਨੇ, ਕਿਉਂਕਿ ਬਿਕੋਜ਼ ਮਾਰਕੀਟ 'ਚ ਪ੍ਰਾਈਸਿਸ ਵਧੀਆ ਨੇ। ਸੋ ਆਈ ਥਿੰਕ ਅਗਰ ਤੁਸੀਂ 10% ਮੰਗੇ ਐਂਡ 8% ਇਜ਼ 80% ਇਜ਼ ਗੁੱਡ ਇਨਫ। ਦੁਬਾਰਾ ਵਧੂਗਾ ਫਿਰ ਦੇਖਦੇ ਹਾਂ। ਨੈਟਵਰਕ ਪ੍ਰੋਬਲਮ ਆ ਰਹੀ ਪਤਾ ਤੁਹਾਡੇ ਸੈਟਲ 30 ਨਵੰਬਰ ਤੋਂ ਬਾਅਦ ਪਤਾ ਨਹੀਂ ਤੁਹਾਡੇ ਨੈਟਵਰਕ ਪ੍ਰੋਬਲਮ ਆ ਰਹੀ ਹੈ, ਆਵਾਜ਼ ਤੁਹਾਡੀ ਆ ਨਹੀਂ ਰਹੀ ਕਲੀਅਰ। ਮੇਰੀ ਹੁਣ ਆਵਾਜ਼ ਆ ਰਹੀ ਤੁਹਾਨੂੰ? ਹੁਣ ਠੀਕ ਹੈ, ਹੁਣ ਆ ਰਹੀ ਆਵਾਜ਼ ਮੇਰੀ? ਹਾਂਜੀ ਹਾਂਜੀ ਸਰ, ਹਾਂਜੀ ਹਾਂਜੀ ਹੁਣ ਠੀਕ ਹੈ। ਇਦਾਂ ਵਾ ਕਿ ਮੈਂ ਇਹ ਕਹਿ ਰਿਹਾ ਕਿ 8% ਤੱਕ ਕਾਰੋਗੇਟਡ ਕਾਰਟਨ ਦੀਆਂ ਪ੍ਰਾਈਸਿਸ ਵਧੀਆਂ ਨੇ, 4 ਇੱਕ ਵਾਰੀ। ਇਸ ਕਰਕੇ 30 ਨਵੰਬਰ ਤੱਕ ਇਹ ਵੈਲਿਡ ਨੇ। ਅਗਰ ਕੋਈ ਤੁਸੀਂ ਇਹਦਾ ਕੋਈ ਬੰਦਿਆਂ ਨੂੰ ਚਾਹੇ ਮਾਰਕੀਟ ਜਿਹੜਾ ਨਹੀਂ ਪ੍ਰਾਈਸ ਬਣਿਆ ਉਹ ਕਹਿ ਸਕਦੇ ਆ ਜੀ ਇਦਾਂ ਦਾ ਸਾਰਿਆਂ ਨੇ ਰੇਟ ਵਧਾਏ ਆ, ਤੁਸੀਂ ਨਾਮ ਲੈ ਦਿਓ ਚਾਹੇ 2-4 ਬੰਦਿਆਂ ਦੇ, ਬੰਦੇ ਗੱਲ ਕਰ ਲੈਣ ਮੇਰੇ ਨਾਲ, ਮੈਂ ਉਹਨਾਂ ਨੂੰ ਦੱਸ ਵੀ ਦਊਂਗਾ ਕਿ ਇਹਨਾਂ ਕੰਪਨੀਆਂ ਨੇ ਆਲਰੇਡੀ ਪ੍ਰਾਈਸ ਇੰਕਰੀਜ਼ ਦਿੱਤਾ ਐਂਡ ਇਟ ਇਜ਼ ਅਪ ਟੂ 30th of November। ਉਸ ਤੋਂ ਬਾਅਦ ਕੀ ਪ੍ਰਾਈਸ ਦਾ ਸਿਨੈਰੀਓ ਹੋਊਗਾ ਫਿਰ ਦੇਖ ਲਾਂਗੇ। ਸੋ ਮੈਂ ਜ਼ਰੂਰ ਕਹੂੰਗਾ ਕਿ ਜਿਹੜੇ ਬੰਦਿਆਂ ਨੂੰ ਕਸਟਮਰ ਨਹੀਂ ਪ੍ਰਾਈਸ ਇਨਕਰੀਜ਼ ਦੇ ਰਹੇ, ਹੋ ਸਕਦਾ ਕ੍ਰਿਸਲ ਰੇਟਿੰਗ ਸਾਡੇ ਕੋਲ ਦੀ ਕ੍ਰਿਸਲ ਇੰਡੈਕਸ ਸਾਡੇ ਕੋਲ ਇੱਕ ਬਹੁਤ ਮੈਨੂੰ ਦਾ ਨੈਟਵਰਕ ਦੀ ਬੈਂਡਵਿਡਥ ਦੀ ਪ੍ਰੋਬਲਮ ਹੈ ਕੋਈ। ਤੇ ਪ੍ਰਧਾਨ ਜੀ ਜੋ ਗੱਲ ਇਹ ਕਹਿ ਰਹੇ ਸੀ ਜੋ ਜੀ ਤੁਸੀਂ ਸਮਝ ਗਏ ਕਿ 8% ਅਗਰ ਇੰਕਰੀਜ਼ ਹੈ, ਤੁਸੀਂ ਵੀ ਆਪਣੇ ਕਸਟਮਰ ਨੂੰ ਕਹੋ, ਔਰ ਕ੍ਰਿਸਲ ਇੰਡੈਕਸ ਦੇ ਬੇਸ ਦੇ ਉੱਤੇ ਵੀ ਤੁਸੀਂ ਕਹਿ ਸਕਦੇ ਹੋ, ਉਹਦੇ ਤੇ ਵੀ ਆਇਆ ਹੋਏਗਾ ਕਿ ਰੇਟ ਵਧ ਰਿਹਾ। ਬਾਕੀ ਜਿਹੜੀ ਦੂਸਰੀ ਗੱਲ ਹੈ ਇਹਦਾ ਜਿਹੜਾ ਪੈਰਲ ਹੈ ਕਿ ਕਿਆ ਅਸੀਂ ਇਹ ਪੇਪਰ ਇੰਪੋਰਟ ਕਰ ਸਕਦੇ ਹਾਂ, ਕਿਆ ਇਹ ਗਵਰਨਮੈਂਟ ਦੀ ਕੋਈ ਰਿਸਟ੍ਰਿਕਸ਼ਨ ਤੇ ਨਹੀਂ ਹੈ ਇੰਪੋਰਟ ਕਰਨ ਦੀ, ਲੇਕਿਨ ਇਸ ਦਾ ਕੋਈ ਪਰਮਾਨੈਂਟ ਸੋਲੂਸ਼ਨ ਲੱਭਣਾ ਪਏਗਾ। ਰਿਗਾਰਡਿੰਗ ਜਿਹੜਾ ਪੇਪਰ ਮਿਲਾਂ ਆਪਣਾ ਰੇਟ ਵਧਾ ਰਹੀਆਂ ਉਹਦੇ ਤੇ ਸਾਡਾ ਕੰਟਰੋਲ ਨਹੀਂ ਹੋ ਸਕਦਾ, ਲੇਕਿਨ ਦੇਅਰ ਪ੍ਰੋਡਕਟ ਉਸ ਵੀ ਪ੍ਰੋਡਕਟ ਨੂੰ ਅਸੀਂ ਥੋੜਾ ਕਹਾਂਗੇ ਤੁਸੀਂ ਰੇਟ ਕਿਉਂ ਵਧਾ ਰਹੇ ਹੋ। ਉਹ ਮੈਨੂੰ ਯਾਦ ਹੈ ਕਿ ਕੁਝ ਦਿਨ ਪਹਿਲੇ ਅਸੀਂ ਬਹੁਤ ਦੇਰ ਪਹਿਲੇ ਇੱਕ ਜੋ ਡਾਇਰੈਕਟਰ ਕੋ ਗਏ ਸੀ, ਉਹ ਕਹਿੰਦਾ ਤੁਹਾਨੂੰ ਤਾਂ ਕਿਸੇ ਰੋਕਦੇ ਨਹੀਂ, ਤੁਸੀਂ ਆਪਣਾ ਰੇਟ ਵਧਾ ਦਿਓ। ਦੋਨੋਂ ਜੇ ਪੇਪਰ ਮਿਲਾਂ ਨੂੰ ਆਪਾਂ ਰੋਕ ਨਹੀਂ ਸਕਦੇ, ਉਹਨਾਂ ਦਾ ਆਪਣਾ ਸਟਾਈਲ ਹੈ, ਮੈਂ ਪਹਿਲਾਂ ਹੀ ਕਿਹਾ ਜੀ। ਮੈਂ ਠੀਕ ਹੈ, ਮੇਰੀ ਆਵਾਜ਼ ਆ ਰਹੀ ਹੈ? ਹਾਂ ਹੁਣ ਠੀਕ ਹੈ, ਆ ਰਹੀ ਹੈ ਸਰ, ਪਿੱਛੇ ਬੰਦ ਯਾਰ ਨੈਟਵਰਕ ਦੀ ਅੱਜ ਦਿੱਕਤ ਆ ਰਹੀ ਮੇਰੇ, ਹਾਲਾਂਕਿ ਨੈਟਵਰਕ ਬੜਾ ਸਟਰੋਂਗ ਆ, 2 ਇੱਥੇ ਏਰੀਆ ਲੱਗੇ ਹੋਏ, ਪਰ ਆਈ ਡੋਨਟ ਨੋ ਵਾਈ ਇਟ ਇਜ਼ ਹੈਪਨਿੰਗ। ਐਨੀਵੇ ਪ੍ਰਾਈਸ ਤੁਸੀਂ 8% ਪ੍ਰਾਈਸ ਇਨਕਰੀਜ਼ ਤਾਂ ਸਾਨੂੰ ਮਿਲ ਚੁੱਕੀ ਹੈ, ਤੁਸੀਂ ਬੰਦਿਆਂ ਤੋਂ ਲਓ, ਬਸ ਮੈਂ ਇਹੀ ਕਹੂੰਗਾ। ਫਿਰ ਮੇਨ ਮੁੱਦਾ ਇਹ ਆ 30 ਨਵੰਬਰ ਤੱਕ ਇਹ ਵੈਲਿਡ ਆ। 30 ਨਵੰਬਰ ਤੋਂ ਬਾਅਦ ਫਿਰ ਪ੍ਰਾਈਸ ਨੂੰ ਆਪਾਂ ਰਿਵੀਜ਼ਨ ਚ ਲੈ ਕੇ ਜਾਵਾਂਗੇ। ਠੀਕ ਹੈ, ਇਹ ਫਿਲਹਾਲ ਕਰੋ। ਹਾਲੇ ਆਪਾਂ ਪੇਪਰ ਮਿਲਾਂ ਨੂੰ ਕੁਝ ਨਹੀਂ ਕਹਿ ਸਕਦੇ ਵੀ ਤੁਸੀਂ ਨਾ ਰੇਟ ਵਧਾਓ ਜਾਂ ਵਧਾਓ। ਮੈਕਸਿਮਮ ਇਸ ਟਾਈਮ ਪੇਪਰ ਮਿਲਾਂ ਸ਼ਟ ਡਾਊਨ ਚ ਨੇ, ਇਸ ਕਰਕੇ ਮਾਲ ਦੀ ਤਾਂ ਵੈਸੇ ਹੀ ਸ਼ਾਰਟੇਜ ਆ, ਮਾਲ ਆ ਨਹੀਂ ਰਿਹਾ ਆਪਾਂ ਨੂੰ। ਠੀਕ ਹੈ, ਹੋਰ ਦੱਸੋ, ਅੱਗੇ ਚੱਲੋ ਪਲੀਜ਼। ਐਨੀਥਿੰਗ ਐਲਸ? ਠੀਕ ਹੈ ਜੀ, ਠੀਕ ਹੈ ਸਰ, ਥੈਂਕ ਯੂ ਸਰ। ਨੈਟਵਰਕ ਡਾਊਨ ਹੋ ਰਿਹਾ, ਮੈਂ ਜਾਣਾ ਵੀ ਅੱਗੇ ਤੇ। ਕੋਈ ਨਹੀਂ ਸਰ, ਤੁਸੀਂ ਜਾਣਾ ਕੋਈ ਨਹੀਂ, ਅਸੀਂ ਗੱਲਬਾਤ ਕਰਦੇ ਹਾਂ। ਥੈਂਕ ਯੂ ਸੋ ਮਚ ਸਾਡਾ ਏਜੰਡਾ ਦਾ ਗੋ ਹੈਡ ਕੈਰੀ ਔਨ। ਬਾਕੀ ਨੈਕਸਟ ਮੀਟਿੰਗ ਜਿਹੜੀ ਆਪਣੀ AGM ਹੈਗੀ ਹੈ, ਇਟ ਇਜ਼ ਔਨ ਈਦਰ virtual or in our office small office okay thank you sir so anything else ਪ੍ਰਧਾਨ ਜੀ ਥੋੜਾ ਨੈਟਵਰਕ ਵੀ ਪ੍ਰੋਬਲਮ ਸੀ, ਉਹਨਾਂ ਨੇ ਜਾਣਾ ਸੀ। ਬਾਕੀ ਆਪਾਂ ਦੇਖ ਹੀ ਲਿਆ ਜਿਹੜੀ ਪੇਪਰ ਮਿਲਾਂ ਦੀ ਜਾਂ ਰੇਟ ਦੀ ਪ੍ਰੋਬਲਮ ਹੈ ਉਹ ਸਾਡੇ ਹੱਥ 'ਚ ਤਾਂ ਇਹੀ ਹੈ ਕਿ ਅਸੀਂ ਆਪਣੇ ਕਸਟਮਰ ਨੂੰ ਕਹਿ ਸਕਦੇ ਰੇਟ ਵਧਾਓ, ਵੀਲ ਹੈਵ ਟੂ ਡੂ ਇਟ। ਲੇਕਿਨ ਉਹਦੇ ਜਲਦੀ ਅਗਰ ਕਰਾਫਟ ਮਿਲ ਅਗਰ ਜਿਵੇਂ ਰੇਟ ਵਧੇ ਤੇ ਸਾਰੇ ਪ੍ਰਿੰਟਰ ਨੇ ਜਾ ਕੇ ਨਹੀਂ ਕਹਿਣਾ ਵਧਾਓ, ਦੇ ਕਹਿਣਗੇ ਕੋਈ ਜੀ ਚੱਲ ਜਾਏਗਾ, ਮੇਰਾ ਚੱਲ ਜਾਏਗਾ, ਤਾਂ ਦੈਟਸ ਅ ਪ੍ਰੋਬਲਮ। ਚਲੋ ਹੋਰ ਕੁਝ ਮਨੋਜ ਜੀ? ਸਰ ਇੱਕ ਚੀਜ਼ ਦੀ ਸੈਸ਼ਨ ਸੀ, ਮੈਂ AGM ਦੀ ਜਿਹੜੀ ਆਪਾਂ ਮੀਟਿੰਗ ਕਰਨੀ ਹੈ ਉਹਦੇ ਵਿੱਚ ਆਪਣੇ ਹੀ ਬੰਦੇ ਘੱਟ ਹੀ ਕਹਿੰਦੇ ਆਉਂਦੇ ਹੈਗੇ। ਇੱਕ ਸੁਜੈਸ਼ਨ ਸੀ ਮੇਰੀ, ਜਿੰਨਾ ਆਪਾਂ ਕੈਲੰਡਰ ਵੀ ਲਾਂਚ ਕਰਨਾ ਹੈਗਾ ਜੀ, ਤੇ ਕੈਲੰਡਰ ਦੇ ਜਿਹਨਾਂ ਇਹਨਾਂ ਨੇ ਐਡ ਦਿੱਤੀ ਹੈ, ਮੈਂ ਕਹਿੰਦਾ ਉਹਨਾਂ ਨੂੰ ਵੀ ਇੱਕ ਵਾਰੀ ਓਬਲਾਈਜ਼ ਕਰਨਾ ਚਾਹੀਦਾ, ਉੱਥੇ ਬੁਲਾਉਣਾ ਚਾਹੀਦਾ। ਬੁਲਾਈਦਾ ਸਰ, ਹਰ ਸਾਲ ਬੁਲਾਈਦਾ ਜਿਹੜੇ ਇਹਨਾਂ ਨੇ ਕਰਨੀ ਹੈ। ਅਸੀਂ ਕੈਲੰਡਰ ਵਾਲਾ ਹਰ ਸਾਲ ਬੁਲਾਈਦਾ, ਮੋਮੈਂਟੋ ਦੇ ਉੱਥੇ। ਹਾਂ ਬਸ ਉਹ ਚੀਜ਼ ਮੈਂ ਕਿਹਾ ਉੱਥੇ ਹੀ ਕਰ ਦਈਏ ਆਪਾਂ, ਸਾਊਥ ਸਿਟੀ ਵੀ ਐਕਟੀ
ਅੱਗੇ ਸਾਲ ਆਪਾਂ ਹੁੰਦੀ ਹੈ ਤੇ ਅੱਗੇ ਹਰ ਸਾਲ ਹੀ ਹੁੰਦਾ ਹੈ, ਇਹ ਹਰ ਸਾਲ ਹੀ ਕਰੀਦਾ ਹੈ। ਬਸ ਠੀਕ ਹੈ ਫਿਰ ਤੇ ਮਨੋਜ ਜੀ ਹਰ ਸਾਲ ਹੀ ਆਪਾਂ ਬੁਲਾਉਂਦੇ ਆ, ਉਹਨਾਂ ਨੂੰ ਬਕਾਇਦਾ ਮੋਮੈਂਟੋ ਦਿੰਦੇ ਆ ਥੈਂਕਸ ਦਾ, ਹਰ ਸਾਲ ਹੀ ਬੁਲਾਈਦਾ ਆਪਾਂ। ਚਲੋ ਆਉਂਦੇ ਇਹ ਹੁਣ ਨਹੀਂ, 2-4 ਆਉਂਦੇ ਆ ਬਸ। ਚਲੋ ਆਪਾਂ ਆਪਣੇ ਵੱਲੋਂ ਤਾਂ ਕੰਮ ਕਰੀ, ਆਂਦੇ ਚਾਹੇ ਨਾ ਆਂਦੇ ਹੁਣ। ਨਹੀਂ, ਜਿਸ ਤਰ੍ਹਾਂ ਹੁਣ ਆਪਣਾ ਫੈਸਲਾ ਹੋਈ ਗਿਆ, ਪ੍ਰਧਾਨ ਜੀ ਤੋਂ ਫੈਸਲਾ ਹੋ ਗਿਆ, ਕਰਨੀ ਅਸੀਂ ਆਪਣੀ ਉੱਥੇ ਕਰਾਂਗੇ, ਸਾਊਥ ਸਿਟੀ ਕਰਾਂਗੇ, ਔਰ ਡੈਫੀਨਿਟਲੀ ਉਹ ਜਿਹੜੇ ਸਾਡੇ ਐਗਜ਼ੀਬਿਟਰ ਉਹਨਾਂ ਨੂੰ ਬੁਲਾਵਾਂਗੇ। ਹੋਰ ਵੀ ਕੋਈ ਦੋਸਤ 2-4 ਕੋ ਬੁਲਾਣੇ ਬੁਲਾ ਸਕਦੇ ਆਪਾਂ ਇਹ ਰੱਖਦੇ ਕਿ ਸਾਰਾ ਹਰ ਐਗਜ਼ੈਕਟਿਵ ਵਾਲਾ ਆਪਣਾ ਇੱਕ ਫਰੈਂਡ ਲੈ ਕੇ ਆਏ, ਫਿਰ ਆਪੇ ਪੂਰੇ ਹੋ ਜਾਣਗੇ। ਬਿਲਕੁਲ ਬਿਲਕੁਲ ਐਗਜ਼ੈਕਟਿਵ ਦਾ ਆਣਾ ਕੰਪਲਸਰੀ ਕਰ ਦਿੰਦੇ ਆ, ਘੱਟੋ ਘੱਟ ਇੱਕ ਦੋਸਤ ਨੂੰ ਲੈ ਕੇ ਆਏ ਜਿਹੜਾ ਐਸਐਨ ਦਾ ਮੈਂਬਰ ਨਾ ਹੋਵੇ, ਫਿਰ ਤਾਂ ਆਪੇ ਪੂਰੇ ਹੋ ਜਾਣਗੇ ਸਰ। ਵਧੀਆ ਸਰ, ਅਮਨਦੀਪ ਤੁਸੀਂ ਠੀਕ ਨਹੀਂ ਲੱਗੇ ਉਹਨੂੰ? ਨਹੀਂ ਉਹ ਬਿਜ਼ੀ ਚੱਲ ਰਿਹਾ, ਦੀਵਾਲੀ ਕਰਕੇ ਰਸ਼ ਚੱਲ ਰਿਹਾ ਸੀ ਬਹੁਤ ਜ਼ਿਆਦਾ, ਐਕਚੁਅਲੀ ਹੈਵੀ ਚੱਲ ਰਿਹਾ ਕੰਮ। ਅੱਛਾ, ਦੀਵਾਲੀ ਦਾ ਕਦੋਂ ਹੋ ਗਈ ਯਾਰ ਹੁਣ? ਬਹੁਤ ਦੀਵਾਲੀ ਪਲੱਸ ਵੈਡਿੰਗ ਦੋਨੋਂ ਇਕੱਠੀਆਂ ਹੋ ਜਾਂਦੀਆਂ ਨਾ, ਫਿਰ ਮਿਕਸ ਮਸਾਲਾ ਹੋ ਜਾਂਦਾ। ਅੱਛਾ ਸੀਜ਼ਨ ਲੱਗ ਗਿਆ ਨਾ ਉਹ? ਹਾਂਜੀ ਸੀਜ਼ਨ ਲੱਗਾ ਹੈ। ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ। ਤਾਂ ਹੀ ਤੁਸੀਂ ਕੋਰ ਕਮੇਟੀ ਚ ਨਹੀਂ ਆਏ? ਹਾਂਜੀ ਇਸ ਵਾਰ ਆਏ। ਉੱਥੇ ਵੀ ਨਹੀਂ ਆਏ? ਨਹੀਂ ਸਰ ਠੀਕ ਹੈ, ਇਟਸ ਓਕੇ। ਅੱਜ ਦੀ ਕਾਫੀ ਮੀਟਿੰਗ ਅੱਛੀ ਹੋ ਗਈ। ਬਸ ਸਰ ਤੁਸੀਂ ਜਿਹੜਾ ਨੈਕਸਟ ਵੀਕ ਫਿਰ ਕਰੋ ਫਾਈਨਲ ਵੀ ਆਪਾਂ ਮੀਟਿੰਗ ਹੁਣ ਹੋਏਗੀ, ਖੈਰ ਪ੍ਰਧਾਨ ਜੀ ਨੇ ਕਰ ਦਿੱਤਾ ਵੀ ਇੱਥੇ ਕਰਨੀ ਹੈ, ਪਰ ਟੀਮ ਨੂੰ ਵੀ ਕਿ ਆਪਾਂ ਇੱਥੋਂ ਬੁਲਾਣਾ ਬਾਹਰਲੀ ਆਪਣੀ ਆਲ ਇੰਡੀਆ ਟੀਮ ਨੂੰ ਇੱਥੇ ਬੁਲਾਵਾਂਗੇ ਜਾਂ ਕਿੱਦਾਂ ਕਰਾਂਗੇ? ਨਹੀਂ ਉੱਥੇ ਨਹੀਂ ਬੁਲਾ, ਕਿਸੇ ਨੇ ਨਹੀਂ ਬੁਲਾਉਣਾ ਹੈਗਾ। ਸਾਊਥ ਸਿਟੀ ਨੇ ਉਹ ਚੋਬੜਾ ਹੀ ਨੇ ਮਨਾ ਕਰਤਾ ਬੁਲਾਉਣ ਨੂੰ। ਦੇਖੋ ਠੀਕ ਹੈ ਸਰ ਉਹ ਸੁਜੈਸ਼ਨ ਤੁਹਾਡੇ ਲਈ ਠੀਕ ਹੈ ਕਿ ਹਰ ਇੱਕ ਬੰਦਾ ਇੱਕ ਮੈਂਬਰ ਲੈ ਕੇ ਆਵੇ, ਨਾਲੇ ਉਹ ਬੰਦਾ ਆਪਣੇ ਰਿਲੇਟਡ ਹੋਵੇ ਤਾਂ ਕਿ ਉਹ ਮੈਂਬਰ ਬਣ ਸਕੇ। ਮੇਰੇ ਕੋਲ ਹੈਗੇ 3-4 ਬੰਦੇ ਇਦਾਂ ਦੇ ਜਿਹੜੇ ਕਿ ਜਿਨ੍ਹਾਂ ਦੀ ਐਡ ਵੀ ਲਿੱਤੀ ਆ, ਮੈਂਬਰ ਨਹੀਂ ਹੈਗੇ, ਲੇਕਿਨ ਆਪਾਂ ਉਹਨਾਂ ਨੂੰ ਬੁਲਾ ਕੇ ਮੈਂਬਰ ਬਣਾ ਸਕਦੇ ਹਾਂ। ਤੇ ਅਸੀਂ ਇਹੀ ਫੈਸਲਾ ਆਪਾਂ ਕਰ ਰਹੇ ਹਾਂ ਅੱਜ। ਆਪਾਂ ਐਗਜ਼ੈਕਟਿਵ ਦਾ ਫੈਸਲਾ ਦੱਸਾਂਗੇ ਕਿ ਹਰ ਐਗਜ਼ੈਕਟਿਵ ਬੰਦਾ ਆਪਣਾ ਇੱਕ ਦੋਸਤ ਲੈ ਕੇ ਆਏ ਜਿਹੜਾ ਓਪੀਐਲ ਦਾ ਮੈਂਬਰ ਨਾ ਹੋਵੇ। ਹਾਂ ਬਿਲਕੁਲ, ਹਾਂ ਹਾਂ ਉਹ ਦੇਖ ਕੇ ਸਾਰਾ ਕੁਝ ਕਰੇ। ਹਾਂ ਕੋਈ ਇਦਾਂ ਨਹੀਂ ਬੰਦੇ 30-40 ਬੰਦੇ ਦਾ ਇਕੱਠੇ ਹੋਣ ਤੇ ਤਾਂ ਹੋ ਜਾਣਗੇ ਬੰਦੇ 10 ਵੀ ਨਾ ਹੋਣ। ਸਰ ਥੈਂਕ ਯੂ ਜੀ। ਹੋਰ ਸਰ ਐਨੀਥਿੰਗ ਐਲਸ? ਰਾਈਟ ਸਰ, ਥੈਂਕ ਯੂ ਵੈਰੀ ਮਚ। ਇਸ ਬਾਰੇ ਮਿਲ ਲਈ ਤਾਂ ਥੋੜਾ ਜਿਹਾ ਇਹੀ ਗੱਲ ਹੋਈ ਦੀ, ਅਦਰਵਾਈਜ਼ ਤਾਂ ਮਿਲਣਾ ਵਾਲਾ ਹੈ ਨਹੀਂ ਕਦੀ। ਥੋੜਾ ਹੀ ਦੇਖੋ ਕਿੰਨੀ ਦੇਰ ਬਾਅਦ ਨਜ਼ਰ ਆ ਰਹੇ ਆ। ਚਲੋ ਬੁੱਧਵਾਰ ਮਿਲਾਂਗੇ ਫਿਰ। ਠੀਕ ਹੈ ਸਰ ਜਿਹੜੀ ਏਜੀਐਮ ਦੀ ਹੈਗੀ ਉਹ ਸੰਡੇ ਨੂੰ ਰੱਖੋਗੇ? ਬੋਲੋ ਜਦੋਂ ਕੋ ਰੱਖ ਲਾਂਗੇ, ਆਪਣੀ ਮਰਜ਼ੀ। ਆਪਾਂ ਕੋ ਹੁਣੇ ਡੇਟ ਹੀ ਫਾਈਨਲ ਕਰ ਲੈਣੇ। ਬੋਲੋ ਦੱਸੋ ਤੁਸੀਂ ਟਾਈਮ ਦੇਖੋ, ਕਿਉਂਕਿ ਵਰਕਿੰਗ ਟਾਈਮ 'ਚ ਤਾਂ ਕਿਸੇ ਨੇ ਵੀ ਨਹੀਂ ਜਲਦੀ ਪਹੁੰਚ ਪਾਣਾ। ਜਿਹੜੇ ਮਾੜੇ ਮੋਟੇ ਸੰਡੇ ਨੂੰ ਤਾਂ ਫਿਰ ਵੀ ਆ ਸਕਦੇ ਨੇ। ਸੰਡੇ 6, 13, 20, 27 ਕਿੱਧਰ ਰੱਖਣੀ? ਬੋਲੋ 6, 13, 27 4 ਸੰਡੇ ਆ ਦਸੰਬਰ ਦੇ। 6, 13, 20, 27 ਸਰ ਚੌਥੇ ਸੰਡੇ ਰੱਖ ਲਓ, ਦੇਖ ਲਓ 27 ਦਾ ਰੱਖ ਲਓ, ਠੀਕ ਹੈ। ਨਹੀਂ ਕੈਲੰਡਰ ਰਿਲੀਜ਼ ਕਰਨਾ ਹੈ ਪਹਿਲੇ। ਕੈਲੰਡਰ ਆਪਾਂ ਕੀ ਰਿਲੀਜ਼ ਕਰਾਂਗੇ ਬਾਅਦ ਚ? ਐਨੀਥਿੰਗ ਤੋਂ 20 ਤਰੀਕ ਰੱਖ ਲੈਣੇ। 20 ਆਪਾਂ 3rd ਦਾ ਆਪਾਂ ਇਦਾਂ ਕਿਉਂ ਕਰੀਏ? ਹਰ 3rd ਸੰਡੇ ਆਪਣੀ ਹੁੰਦੀ ਹੈ, 3rd 20 ਦਸੰਬਰ ਰੱਖ ਲਈਏ। ਏਦਾਂ ਕਰ ਲਓ, 20 ਵੀ ਠੀਕ ਹੈ। ਹਾਂ ਆਪਣੀ ਵਿਕਟੀ ਦੀ ਡੇਟ ਵੀ ਹੋਈ ਪੈਂਦੀ ਹੈ ਨਾ, 20 ਦਸੰਬਰ ਰੱਖ ਲੈਣੇ। ਹਾਂ ਤਾਂ 20 ਦਸੰਬਰ ਰੱਖ ਲਓ, ਸਾਰੇ ਕੰਮ ਇਕੱਠੇ ਹੋ ਜਾਣਗੇ ਨਾਲੇ। ਸਾਰੇ ਇਕੱਠੇ ਉਦੋਂ ਕੈਲੰਡਰ ਰਿਲੀਜ਼ ਹੋ ਜਾਏਗਾ। ਹਾਂ ਕੈਲੰਡਰ ਵੀ ਰਿਲੀਜ਼ ਹੋ ਜਾਏਗਾ। ਰਿਲੀਜ਼ ਉਦੋਂ ਕਰਾਵਾਂਗੇ 20 ਨੂੰ, ਤੇ ਉਦੋਂ ਉਹ ਕੈਲੰਡਰ ਵਾਲੇ ਬੰਦੇ ਨੂੰ ਤੁਸੀਂ ਕਹਿ ਦਿਓ 20 ਦਾ ਫਾਈਨਲ ਹੋ ਗਿਆ। ਬੋਲੋ ਕਮਰੇ ਠੀਕ ਹੈ ਸਰ, 20 ਫਾਈਨਲ ਹੈ? ਬਿਲਕੁਲ ਜੀ ਬਿਲकुल ਠੀਕ ਹੈ। ਆਓ ਸਿੱਧੀ ਬਿਲकुल ਸਰ। ਚਲੋ ਠੀਕ ਹੈ ਜੀ, ਫਾਈਨਲ ਹੋ ਗਿਆ 20 ਤਰੀਕ ਫਾਈਨਲ। ਸਰਕੂਲਰ ਕੱਢ ਦਿਓ, ਹਰ ਇੱਕ ਮੈਂਬਰ ਨਾਲ ਇੱਕ ਮੈਂਬਰ ਲੈ ਕੇ ਆਵੇ, ਨਾਲੇ ਮੈਂਬਰ ਬਣਾਵੇ ਤੇ ਨਾਲੇ ਲੈ ਕੇ ਵੀ ਆਵੇ। ਦੁਪਹਿਰ ਦੀ ਰੱਖ ਲਓ, ਉੱਥੇ ਲੰਚ ਦਾ ਹੀ ਪ੍ਰੋਗਰਾਮ ਰੱਖ ਲਓ, ਪੈਕਡ ਫੂਡ ਆ ਜਾਣਗੇ, ਠੀਕ ਹੈ। ਪੈਕ ਫੂਡ ਮੰਗਾਇਆ, ਪਿਛਲੇ ਵਾਰ ਮੰਗਾਇਆ ਸੀ ਪੈਕ ਫੂਡ ਮੰਗਾਓ, ਠੀਕ ਹੈ। ਉਦਾਂ ਰੱਖਾਂ। ਚਲੋ ਠੀਕ ਹੈ ਸਰ। ਐਨੀਥਿੰਗ ਐਲਸ? ਹੋਰ ਕੁਝ? ਬਸ ਸਰ ਇਟਸ ਓਕੇ। ਠੀਕ ਹੈ ਸਰ, ਥੈਂਕ ਯੂ ਵੈਰੀ ਮਚ। ਥੈਂਕ ਯੂ। ਓਕੇ ਜੀ, ਓਕੇ, ਥੈਂਕ ਯੂ ਜੀ, ਥੈਂਕ ਯੂ।